सिमरो अंगद दुख निकंदन गुरु अमरदास हृदय नित त्याऊं हृदय नित त्याऊं श्री गुरु रामदास गुण गाऊं गुरु अर्जन विघ्नन के नाशक विघ्नन की नाशक श्री हर गोबिंद सुमत पर श्री हर राय नमो कर जोरी नमो कर जोरी श्री हर कृष्ण मनाऊं गुरु तेग बहादुर परम कृपाला परम कृपाला श्री गुरु गोबिंद सिंह विशाला तरो तरा पर पुन पुन सीसा पुन पुन सीसा बंदो बार बार जगदीसा एक ओंकार सतगुरु प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए दोहरा देखो डल्ला इन समबीर जंग करन हित हमरे तीर सो पट तीन सै तुझ संग जो हो देख भली विद है कित को ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਜੰਗਲ ਦੇ ਇਲਾਕੇ ਵਿੱਚ ਪੈਂਡਾ ਤੈਅ ਕਰਦੇ ਹੋਏ, ਮਾਲਵੇ ਦੇ ਇਲਾਕੇ ਵਿੱਚ ਪੈਂਡਾ ਤੈਅ ਕਰਦੇ ਹੋਏ ਜੱਸੀ ਬਾਗ ਵਾਲੀ, ਉਸ ਤੋਂ ਫਿਰ ਅੱਗੇ ਚੱਲੇ ਦਮਦਮਾ ਸਾਹਿਬ ਤਲਵੰਡੀ ਵੱਲ ਪੱਕੇ ਦੇ ਵਿੱਚੋਂ ਦੀ ਹੁੰਦੇ ਹੋਏ, ਔਰ ਅੱਗੋਂ ਡੱਲਾ ਜੋ ਇਸ ਇਲਾਕੇ ਦਾ ਚੌਧਰੀ ਸੀਗਾ ਉਸ ਨੂੰ ਪਤਾ ਲੱਗਿਆ ਇਹ ਅੱਗੋਂ ਜਾ ਕੇ ਗੁਰੂ ਸਾਹਿਬ ਨੂੰ ਮਿਲਿਆ ਅਤੇ ਨਾਲ ਲੈ ਕੇ ਆਇਆ। ਪਿੱਛੇ ਆਪਾਂ ਸਰਵਣ ਕੀਤਾ ਸਤਿਗੁਰਾਂ ਦੇ ਕੋਲ ਕਿਸੇ ਕਾਰੀਗਰ ਨੇ ਸੁੰਦਰ ਬੰਦੂਕ ਭੇਟ ਕੀਤੀ ਜੋ ਅੱਜ ਵੀ ਦਮਦਮਾ ਸਾਹਿਬ ਤਲਵੰਡੀ ਅਸਥਾਨ 'ਤੇ ਵਿਰਾਜਮਾਨ ਹੈ, ਸੰਗਤਾਂ ਦਰਸ਼ਨ ਕਰਦੀਆਂ। ਔਰ ਪਿੱਛੇ ਡੱਲੇ ਨੇ ਕਈ ਵਾਰੀ ਕਹਿਤਾ ਮਹਾਰਾਜ ਕਿਤੇ ਮੈਨੂੰ ਦੱਸਿਆ ਹੁੰਦਾ, ਨਾ ਆਨੰਦਪੁਰ ਛੱਡਣਾ ਪੈਂਦਾ, ਨਾ ਪਰਿਵਾਰ ਆਪਣਾ ਸ਼ਹੀਦ ਹੁੰਦਾ, ਮੇਰੇ ਕੋਲੇ ਬੜੇ ਤਕੜੇ ਯੋਧੇ ਸਨ। ਪਾਤਸ਼ਾਹ ਜੀ ਨੇ ਉਸ ਨੂੰ ਫਿਰ ਸਮਝਾਉਣਾ ਕਿ ਛੱਡੋ, ਜਿਹੜਾ ਭਾਣਾ ਵਰਤ ਗਿਆ ਹੁਣ ਉਹਨੂੰ ਕੀ ਪਛਤਾਉਣਾ। ਪਰ ਜਦੋਂ ਕਿਤੇ ਗੱਲ ਚੱਲਦੀ ਹੈ ਆਪਣੇ ਹੰਕਾਰ ਦੇ ਵਿੱਚ ਆ ਕੇ ਆਪਣੇ ਚੌਧਰੀਆਂ ਆਪਣੇ ਨੌਜਵਾਨਾਂ ਦੀ ਆਪਣੇ ਸਾਥੀਆਂ ਦੀ ਬੜੀ ਸਿਫਤ ਕਰਦਾ। ਅਤੇ ਇੱਕ ਦਿਨ ਪਾਤਸ਼ਾਹ ਨੇ ਫਿਰ ਜਦ ਬੰਦੂਕ ਸਾਹਮਣੇ ਆਈ ਅਤੇ ਕਹਿਣ ਲਿਆ ਵੀ ਤੇਰੇ ਜਿਹੜੇ ਕੋਈ ਯੋਧੇ ਹੈਗੇ ਆ, ਆਪਾਂ ਬੰਦੂਕ ਦੀ ਗੋਲੀ ਪਰਖਣੀ ਹੈ, ਕਿੰਨਾ ਕੁ ਪਾੜ ਪਾਉਂਦੀ ਹੈ, ਕਿੰਨੀ ਕੁ ਦੂਰ ਤੱਕ ਮਾਰ ਕਰਦੀ ਹੈ। ਜਿਸ ਵੇਲੇ ਡੱਲੇ ਨੇ ਆਪਣੇ ਬੰਦਿਆਂ ਨੂੰ ਪੁੱਛਿਆ ਉਹ ਸਾਰੇ ਕਹਿਣ ਜਾ ਲੜਾਈ ਵਿੱਚ ਤਾਂ ਮਰ ਗਏ, ਹੁਣ ਇੱਥੇ ਬਿਨਾਂ ਆਈ ਤੋਂ ਮਰਨ ਦਾ ਕੀ ਫਾਇਦਾ। ਭਾਵ 300 ਯੋਧਾ ਇਹਦੇ ਨਾਲ ਹਮੇਸ਼ਾ ਰਹਿੰਦਾ ਸੀ, ਉਹ ਸਾਰੇ ਹੀ ਜਵਾਬ ਦੇ ਗਏ। ਅਤੇ ਪਾਤਸ਼ਾਹ ਜੀ ਦੇ ਇੱਕ ਸਿੱਖ ਨੇ ਆਵਾਜ਼ ਮਾਰੀ ਲੰਗਰ ਦੇ ਵਿੱਚ, ਉਹ ਗੁਰੂ ਸਾਹਿਬ ਨੇ ਗੋਲੀ ਮਾਰ ਕੇ ਦੇਖਣੀ ਹੈ, ਇੱਕ ਸਿੱਖ ਚਾਹੀਦਾ। ਅਤੇ ਇਹ ਸੁਣ ਕੇ ਉੱਥੋਂ ਦੋ ਭੱਜਿਆ ਹੈ, ਭਾਈ ਵੀਰ ਸਿੰਘ, ਭਾਈ ਧੀਰ ਸਿੰਘ ਰੰਗਰੇਟੇ ਗੁਰੂ ਕੇ ਬੇਟੇ, ਔਰ ਕਹਿੰਦੇ ਜੀ ਵੇਖੋ ਮਾਰ ਕੇ। ਔਰ ਇੱਕ ਦੂਜੇ ਦੇ ਅੱਗੇ ਹੁੰਦੇ ਆ, ਇੱਕ ਨੂੰ ਧੱਕਾ ਦੇ ਕੇ ਦੂਜਾ ਮੂਹਰੇ ਹੋ ਜਾਂਦਾ, ਉਹ ਉਹਨੂੰ ਧੱਕਾ ਦੇ ਕੇ ਮੂਹਰੇ ਹੁੰਦਾ, ਕਹਿੰਦੇ ਜੀ ਮੇਰੇ ਮਾਰੋ, ਦੂਜਾ ਕਹਿੰਦਾ ਪਹਿਲਾਂ ਮੈਂ ਸੁਣਿਆ ਮੇਰੇ ਮਾਰੋ। ਫਿਰ ਇੱਕ ਕਹਿੰਦਾ ਜੀ ਮੈਂ ਵੱਡਾ, ਮੈਂ ਤਾਂ ਮੌਤ ਕਿਨਾਰੇ ਹਾਂ, ਮੇਰੇ ਮਾਰ ਕੇ ਦੇਖ ਲਓ। ਛੋਟਾ ਕਹਿੰਦਾ ਜੀ ਮੈਂ ਛੋਟਾ, ਇਹ ਤਾਂ ਕਿਸੇ ਜੰਗ 'ਚ ਕੰਮ ਆ ਜਾਊਗਾ, ਤੁਸੀਂ ਮੇਰੇ ਮਾਰ ਕੇ ਦੇਖੋ। ਅਤੇ ਇਹਨਾਂ ਦੀ ਇਸ ਤਰ੍ਹਾਂ ਦੀ ਗੋਲੀ ਖਾਣ ਦੀ ਲੜਾਈ ਨੂੰ ਦੇਖ ਕੇ ਡੱਲਾ ਹੈਰਾਨ ਹੋ ਗਿਆ ਵੀ ਯਾਰ ਕਿੱਥੇ ਮੇਰੇ ਯੋਧੇ ਅਤੇ ਕਿੱਥੇ ਆ ਗੁਰੂ ਕੇ ਸਿੰਘ।
ਜਿਹੜੇ ਮਰਨ ਨੂੰ ਹਮੇਸ਼ਾ ਤਿਆਰ ਰਹਿੰਦੇ ਆ। ਫਿਰ ਗੁਰੂ ਦੇ ਹੱਥੋਂ ਗੋਲੀ ਵੱਜੇ ਤੇ ਹੋਰ ਕੀ ਚਾਹੀਦਾ। ਡੱਲਾ ਨੀਵੀਂ ਪਾ ਕੇ ਬਹਿ ਗਏ। ਪਾਤਸ਼ਾਹ ਕਹਿੰਦੇ ਮੈਂ ਦੋਨਾਂ ਦੇ ਮਾਰ ਦਿੰਦਾ, ਸਿੱਧੇ ਖੜ ਜਾਓ। ਫਿਰ ਵੀ ਇੱਕ ਦੂਜੇ ਤੋਂ ਦੂਜਾ ਮੂਹਰੇ ਖੜਦਾ, ਉਹਨੂੰ ਪਿੱਛੇ ਕਰਕੇ। ਤੇ ਪਾਤਸ਼ਾਹ ਕਹਿੰਦੇ ਖੜ ਜਾਓ, ਹੁਣ ਗੋਲੀ ਆਉਂਦੀ ਆ। ਉਹ ਖੜ ਗਏ ਤੇ ਪਾਤਸ਼ਾਹ ਨੇ ਗੋਲੀ ਸਿਰ ਉੱਤੋਂ ਦੀ ਟਪਾ ਦਿੱਤੀ। ਕਹੋ ਸਤਨਾਮ ਸ੍ਰੀ। ਡੱਲਾ ਕਹੇ ਜੀ ਆਈ ਪਰਖਣਾ ਸੀ ਤੇ ਮੇਰੇ ਮਾਰ ਲੈਂਦੇ। ਕਹਿੰਦੇ ਖੜਦਾ ਮੂਹਰੇ, ਫਿਰ ਕਹੋ ਸਤਨਾਮ ਸ੍ਰੀ। ਇਹੋ ਜਿਹੇ ਸਿੰਘ ਚਾਹੀਦੇ ਆ ਮੈਨੂੰ, ਜਿਹੜੇ ਮੌਤ ਨੂੰ ਤਲੀ ਤੇ ਰੱਖੀ ਫਿਰਦੇ ਆ, ਮੌਤ ਨੂੰ ਟਿਚਣਾ ਕਰਦੇ ਆ। ਖਾ ਕੇ ਤੇਰੇ ਲੰਗਰਾਂ 'ਚੋਂ ਛੋਲਿਆਂ ਦੀ ਮੁੱਠ। ਇਹ ਖਾਲਸਾ ਜਿਹੜਾ ਹੈ ਮੌਤ ਨੂੰ ਮਖੌਲਣਾ ਕਰਦਾ ਹੈ। ਤੇ ਡੱਲਾ ਵਾਕਿਆ ਕਹਿੰਦਾ ਕਿ ਨਹੀਂ ਮਹਾਰਾਜ ਮੇਰੀ ਗਲਤੀ ਹੈ, ਮੇਰੇ ਤਾਂ ਇਹਨਾਂ 'ਚ ਇੱਕ ਵੀ ਬੰਦਾ ਇਹੋ ਜਿਹਾ ਨਹੀਂ। ਕਹਿੰਦੇ ਲੱਭ ਕੇ ਲਿਆ ਜੇ ਇੱਕ ਵੀ ਮੇਰੇ ਸਿੱਖਾਂ ਵਰਗਾ ਹੈ ਤੇਰੇ ਕੋਲ ਤਾਂ। ਕਹਿਣ ਲੱਗਿਆ ਜੀ ਨਹੀਂ, ਵਾਕਿਆ ਹੀ ਤੁਹਾਡੇ ਸਿੰਘ ਤਕੜੇ ਆ। ਉਸ ਦਿਨ ਤੋਂ ਬਾਅਦ ਉਹਨੇ ਇਹ ਗੱਲ ਨਹੀਂ ਕੀਤੀ। ਖੈਰ ਪਾਤਸ਼ਾਹ ਨੇ ਉਤਾਰਾ ਕੀਤਾ। ਡੱਲਾ ਕਹਿੰਦਾ ਜੀ ਸਾਡੇ ਘਰ ਚੱਲੋ, ਉੱਥੇ ਉਤਾਰਾ ਕਰ ਲਓ। ਬਹੁਤ ਵੱਡੀ ਬਿਲਡਿੰਗ ਹੈ, ਅੱਜ ਵੀ ਦੇਖਦੇ ਹਾਂ ਕਿੱਡਾ ਵੱਡਾ ਘਰ ਹੈ ਪੁਰਾਤਨ ਡੱਲੇ ਕਾ। ਪਰ ਪਾਤਸ਼ਾਹ ਕਹਿੰਦੇ ਨਹੀਂ ਬਾਹਰ ਹੀ ਉਤਾਰਾ ਕਰਾਂਗੇ, ਅਸੀਂ ਅੰਦਰ ਠੀਕ ਨਹੀਂ। ਆਓ ਇਹਨਾਂ ਵਿਚਾਰਾਂ ਨੂੰ ਅੱਗੇ ਆਰੰਭ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦੇਖੋ ਡੱਲਾ ਇਨ ਸਮਬੀਰ, ਜੰਗ ਕਰਨ ਹਿਤ ਹਮਰੇ ਤੀਰ। ਔਰ ਸਤਿਗੁਰੂ ਪਾਤਸ਼ਾਹ ਜੀ ਡੱਲੇ ਨੂੰ ਕਹਿੰਦੇ ਵੇਖੋ ਡੱਲਿਆ, ਇਹੋ ਜਿਹੇ ਯੋਧੇ ਆ ਸਾਡੇ ਕੋਲ ਜੰਗ ਕਰਨ ਦੇ ਲਈ, ਜਿਹੜੇ ਮੌਤ ਨੂੰ ਮਖੌਲਾਂ ਕਰਦੇ ਹਨ। ਸੋ ਭੱਟ ਤੀਨ ਸੈ ਤੁਝ ਸੰਗ ਜੋਹੋ, ਦੇਖ ਭਲੀ ਬਿਦ ਹੈ ਕਿਤ ਕੋ। ਜਾਂ ਤੇਰੇ 300 ਯੋਧਿਆਂ ਚੋਂ ਵੇਖ ਕੇ ਆ ਵੀ ਇੱਕ ਵੀ ਇਸ ਤਰ੍ਹਾਂ ਮਰਨ ਨੂੰ ਕੋਈ ਤਿਆਰ ਹੈ। ਆਮਹਿਤ ਤਨ ਕੋ ਲੋ ਬਨਾਇਨ ਕੇ, ਜੇ ਕਾਇਰ ਨੈ ਧੀਰਜ ਤਿਨ ਕੇ। ਔਰ ਇਹਨਾਂ ਵਰਗੇ ਯੋਧਿਆਂ ਦੇ ਵਿੱਚ ਸਾਡੇ ਪਿੱਛੇ ਮਰਨ ਨੂੰ ਤਿਆਰ ਰਹਿੰਦੇ ਆ। ਸਰੀਰ ਦਾ ਲਾਲਚ ਨਹੀਂ ਕਰਦੇ, ਆਉਣ ਵਾਲੇ ਸਮੇਂ ਦਾ, ਮੌਤ ਤੋਂ ਡਰਦੇ ਨਹੀਂ, ਬਚਣਾ ਨਹੀਂ ਚਾਹੁੰਦੇ। ਮੈਥੋਂ ਬਲਿਹਾਰੇ ਜਾਂਦੇ ਆ, ਕੁਰਬਾਨ ਹੋ ਜਾਂਦੇ ਆ, ਟੋਟਾ ਟੋਟਾ ਕਰਵਾ ਸਕਦੇ ਆ ਮੇਰੇ ਪਿੱਛੇ। ਤੇ ਜਿਹੜੇ ਤੇਰੇ ਵਰਗੇ ਕਾਇਰ ਯੋਧੇ ਹਨ ਉਹਨਾਂ ਨੂੰ ਕਿੱਥੇ ਧੀਰਜ ਹੈ। ਕਹਾ ਲਗੇ ਹਮ ਮਾਰਨ ਤਿਨ ਕੋ, ਬਾਕ ਸੁਣਤ ਹਤ ਧੀਰਜ ਮਨ ਕੋ। ਅਸੀਂ ਕਿਤੇ ਐ ਥੋੜਾ ਬੰਦੇ ਮਾਰਦੇ ਫਿਰਦੇ ਆ, ਉਹਨਾਂ ਦਾ ਬਚਨ ਸੁਣ ਕੇ ਹੀ ਉਹਨਾਂ ਦਾ ਧੀਰਜ ਟੁੱਟ ਗਿਆ। ਔਰ ਇਹੋ ਜਿਹੇ ਲੋਕ ਜਿਹੋ ਜਿਹੇ ਤੇਰੇ ਯੋਧੇ ਹਨ, ਜਬਰਨ ਪਰੇ ਤੁਫੰਗ ਅਗਾਰੀ, ਮਾਰਨ ਮਰਨ ਹੋਏ ਤਿਸ ਬਾਰੀ। ਮਰਨਾ ਮਾਰਨਾ ਤਾਂ ਜੰਗ 'ਚ ਹੁੰਦਾ ਹੈ, ਥੋੜਾ ਬੰਦਾ ਮਾਰ ਦੇਈਦਾ ਚੱਕ ਕੇ ਬੰਦੂਕ। ਪਰ ਉਹ ਤਾਂ ਮੇਰਾ ਬਚਨ ਸੁਣ ਕੇ ਹੀ ਡਰ ਕੇ ਭੱਜ ਗਏ। ਤਬ ਤੇਰੇ ਪਟ ਠਹਿਰ ਨ ਸਕੈ, ਅਪਰ ਬਿਗਾਰ ਭਾਜਬੋ ਤੱਕੈ। ਉਹ ਤੇਰੇ ਇਹੋ ਜਿਹੇ ਬੰਦੇ ਤਾਂ ਬਲਕਿ ਜੰਗ ਦੇ ਵਿੱਚ ਉਹੀ ਹਰਾ ਦੇਣ, ਕਿਉਂਕਿ ਡਰਦੇ ਹੋਏ ਭੱਜ ਜਾਣ। ਪੰਜਾਂ ਸੱਤਾਂ ਨੂੰ ਭੱਜਦੇ ਵੇਖ ਕੇ ਦੂਜੇ ਉਹੀ ਵੇਖ ਕੇ ਭੱਜਦੇ, ਪਤਾ ਨਹੀਂ ਕੀ ਹੋ ਗਿਆ, ਪਤਾ ਨਹੀਂ ਕਿਹੜਾ ਬੰਬ ਆਉਣ ਵਾਲਾ। ਜੰਗ ਦੇ ਮੈਦਾਨ 'ਚ ਐਸਾ ਹੀ ਹੁੰਦਾ ਹੈਗਾ। ਤਾਈਓ ਬਾਬਾ ਦੀਪ ਸਿੰਘ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਆਪਾਂ ਅੱਜ ਮਨਾ ਰਹੇ ਹਾਂ, ਉਹਨਾਂ ਨੇ ਗੁਰੂ ਪਿਆਰਿਓ ਦਮਦਮਾ ਸਾਹਿਬ ਤੋਂ ਸ਼੍ਰੀ ਹਰਿਮੰਦਰ ਸਾਹਿਬ ਵੱਲ ਜਾਂਦੇ ਹੋਏ ਅੱਗੇ ਚੱਲ ਕੇ ਜਿੱਥੇ ਉਹਨਾਂ ਦੇ ਨਾਲ 5000 ਸਿੰਘ ਇਕੱਠੇ ਹੋ ਗਏ ਨੌਜਵਾਨ ਮਾਲਵੇ ਦੇ, ਉਹਨਾਂ ਨੂੰ ਲਖੀਰ ਖਿੱਚ ਕੇ ਕਹਿ ਦਿੱਤਾ ਸੀਗਾ ਇਦੋਂ ਅੱਗੇ ਉਹ ਲੰਘਿਓ ਜਿਹੜਾ ਮਰਨ ਨੂੰ ਤਿਆਰ ਹੈ। ਜਿਹਨੇ ਜੰਗ 'ਚੋਂ ਭੱਜਣਾ ਨਾ ਉਹ ਹੁਣੇ ਮੁੜ ਜਾਓ। ਜਿਹਦੇ ਬਾਲ ਬੱਚਿਆਂ ਦਾ ਮੋਹ ਹੈ, ਪਰਿਵਾਰ ਦਾ ਖਿਆਲ ਹੈ, ਉਹ ਭਾਈ ਇੱਥੋਂ ਮੁੜ ਜਾਓ। ਇਦੋਂ ਗਾਹਾਂ ਉਹ ਜਾਇਓ ਜਿਹੜਾ ਘਰੇ ਮੁੜਨ ਦਾ ਇਰਾਦਾ ਨਹੀਂ। ਤੇ ਉਸ ਵੇਲੇ 5000 ਯੋਧਾ ਜਿਹੜਾ ਉਹ ਲਾਈਨ ਨੂੰ ਪਾਰ ਕਰ ਗਿਆ। ਨਹੀਂ ਬਾਬਾ ਜੀ ਅਸੀਂ ਮਰਨ ਨੂੰ ਤਿਆਰ ਹਾਂ, ਤੁਹਾਡੇ ਬਚਨਾਂ ਦੇ ਉੱਤੋਂ ਸੀਸ ਵਾਰ ਦਿਆਂਗੇ, ਜਾਨ ਵਾਰ ਦਿਆਂਗੇ। ਤੇ ਉਹ ਯੋਧੇ ਅੱਗੇ ਗਏ ਤੇ ਅੱਗੇ ਫਿਰ ਪਾਤਸ਼ਾਹ ਨੇ ਕਿਰਪਾ ਕੀਤੀ। ਕਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ 18 ਸੇਰ ਦੇ ਖੰਡੇ ਦੇ ਨਾਲ 70 ਸਾਲ ਦੀ ਉਮਰ ਦੇ ਵਿੱਚ ਜੰਗ ਕੀਤਾ। ਕੋ ਸਤਨਾਮ ਸਿੰਘ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਪਾਤਸ਼ਾਹ ਜੀ ਕਹਿਣ ਲੱਗੇ ਇਹੋ ਜਿਹੇ ਯੋਧੇ ਸਾਨੂੰ ਚਾਹੀਦੇ ਆ। ਤੇਰੇ ਯੋਧੇ ਤਾਂ ਜੰਗ ਵਿੱਚੋਂ ਹੀ ਭੱਜਣਾ ਪਾ ਦੇਣ। ਜਾਤੀ ਮਹਾਵੀਰ ਹਮ ਸੰਗਾ, ਲਾਖੋ ਤੁਰਕ ਹਤੇ ਵਿੱਚ ਜੰਗਾ। ਤਾਂ ਤੇ ਸਾਨੂੰ ਇਹੋ ਜਿਹੇ ਯੋਧੇ ਚਾਹੀਦੇ ਹਨ ਜੰਗ ਦੇ ਮੈਦਾਨ ਵਿੱਚ
ਜਿਹੜੇ ਲੱਖਾਂ ਤੁਰਕਾਂ ਨੂੰ ਜੰਗ ਵਿੱਚ ਮਾਰ ਦੇਣ ਜੀ। ਡੱਲੇ ਕੋ ਹੰਕਾਰ ਉਤਾਰਾ ਸਤ ਸਤ ਕਰ ਜੋਰ ਉਚਾਰਾ। ਇਉਂ ਡੱਲੇ ਦਾ ਹੰਕਾਰ ਦੂਰ ਹੋ ਗਿਆ ਤੇ ਫਿਰ ਹੱਥ ਕੇ ਬੰਨ ਕੇ ਬੇਨਤੀਆਂ ਕਰਦਾ, ਠੀਕ ਹੈ ਮਹਾਰਾਜ, ਤੁਹਾਡੇ ਵਰਗੇ ਯੋਧੇ ਮੇਰੇ ਕੋਲੇ ਕੋਈ ਨਹੀਂ ਗੇ। ਮੈਂ ਤਜਰਬਾ ਕਰ ਲਿਆ, ਦੇਖ ਲਿਆ, ਸਾਰਿਆਂ ਨੂੰ ਪੁੱਛਿਆ, ਸਾਰੇ ਕਹਿੰਦੇ ਐਂ ਕਿਵੇਂ ਮਰ ਜੀਏ। ਜਿਹੜਾ ਮਰਨ ਮਾਰਨ ਨੂੰ ਤਿਆਰ ਨਹੀਂ ਉਹ ਕਦੇ ਵੀ ਜੰਗ ਜਿੱਤ ਨਹੀਂ ਸਕਦਾ। ਇਹੀ ਕਾਰਨ ਹੈ ਕਿ ਸਤਿਗੁਰਾਂ ਨੇ 14 ਜੰਗਾਂ ਜਿੱਤੀਆਂ ਔਰ ਸਰਕਾਰੀ ਫੌਜਾਂ ਨੇ ਹਾਰੀਆਂ। ਜਿਹੜੀਆਂ ਸਰਕਾਰੀ ਫੌਜਾਂ ਹੈ ਉਹ ਜੰਗ ਜਿੱਤਣਾ ਵੀ ਚਾਹੁੰਦੀਆਂ, ਆਪਣੀ ਜਾਨ ਵੀ ਬਚਾਉਣਾ ਚਾਹੁੰਦੀਆਂ, ਵੀ ਜੰਗ ਜਿੱਤ ਕੇ ਫਿਰ ਉਹਦੇ ਇਨਾਮ ਵੀ ਲੈਣੇ ਆ। ਇਸ ਕਰਕੇ ਜਿਹੜੀਆਂ ਔਰੰਗਜ਼ੇਬ ਦੀਆਂ ਫੌਜਾਂ ਲੱਖਾਂ ਦੀ ਗਿਣਤੀ ਵਿੱਚ ਘੇਰੇ ਪਾਉਂਦੀਆਂ ਰਹੀਆਂ ਪਾਤਸ਼ਾਹ ਨੂੰ, ਪਰ ਜਿੱਤ ਨਹੀਂ ਸਕੀਆਂ। ਸਤਿਗੁਰਾਂ ਨੇ 14 ਜੰਗ ਕੀਤੇ, 3 ਹੋਰ ਕੀਤੇ ਛੋਟੇ, 17 ਜੰਗ ਟੋਟਲ ਕੀਤੇ। ਸਾਰੇ ਜੰਗ ਸਤਿਗੁਰਾਂ ਨੇ ਜਿੱਤੇ ਆ, ਕਿਉਂਕਿ ਉਹਨਾਂ ਦੀਆਂ ਫੌਜਾਂ ਜਾਨ ਨੂੰ ਤਲੀ ਤੇ ਰੱਖ ਕੇ ਲੜਦੀਆਂ ਐ। ਅਦਭੁਤ ਖਿਆਲ ਦੇਖ ਬਿਸਮਾਏ ਸਕਲ ਸਭਾ ਸੁਣ ਸੁਣ ਮੁਦ ਪਾਏ। ਔਰ ਐਸਾ ਕੌਤਕ ਦੇਖ ਕੇ ਸਾਰੇ ਸਿੰਘ ਬੈਠੇ ਸਨ, ਜਾਂ ਹੋਰ ਤਲਵੰਡੀ ਵਾਸੀ ਬੈਠੇ ਸਨ, ਜਾਂ ਡੱਲੇ ਦੇ ਲੋਕ ਬੈਠੇ ਸਨ, ਉਹ ਸਾਰੇ ਇਹ ਗੱਲ ਦੇਖ ਕਰਕੇ ਹੈਰਾਨ ਹੋ ਗਏ। ਔਰ ਜਿਹੜਾ ਸੁਣਦਾ ਹੈ ਬਈ ਡੱਲੇ ਦੇ ਯੋਧੇ ਭੱਜ ਗਏ, ਉਹ ਸਾਰੇ ਸੁਣ ਸੁਣ ਕੇ ਹੱਸਦੇ ਹਨ, ਖੁਸ਼ ਹੁੰਦੇ ਹਨ ਕਿ ਗੁਰੂ ਹੀ ਜਾਣੇ ਕਿਹੜਾ ਝੱਲੇ ਗੁਰੂ ਦੀ ਝਾਲਾ ਹੈ। ਗੁਰੂ ਦੀ ਤਾਕਤ ਨੂੰ ਇਹਦੇ ਝਾਲਾ ਹੁੰਦਾ ਜਲਾਓ। ਜਿਵੇਂ ਸੋਨੇ ਉੱਤੇ ਜਦੋਂ ਝਾਲ ਫੇਰਦੇ ਆ, ਝੋਲ ਫੇਰਦੇ ਆ, ਉਹਨੂੰ ਰੰਗ ਦਿੰਦੇ ਆ ਸੁਨਿਆਰਾ, ਉਹਨੂੰ ਝਾਲ ਕਹਿੰਦੇ ਆ। ਕਿਹੜਾ ਝੱਲੇ ਗੁਰੂ ਦੀ ਝਾਲਾ, ਭਾਵ ਉਹਨਾਂ ਦੇ ਚਿਹਰੇ ਦਾ ਨੂਰ ਹੀ ਇੰਨਾ ਪੈਂਦਾ ਕਿ ਜਣਾ ਖਣਾ ਸਾਹਮਣੇ ਝਾਕ ਵੀ ਨਹੀਂ ਸਕਦਾ। ਕੋ ਸਤਨਾਮ। ਖੈਰ ਇਸ ਤਰ੍ਹਾਂ ਸਤਿਗੁਰਾਂ ਨੇ ਇਹ ਕੌਤਕ ਕੀਤਾ ਹੈ। ਅੱਗੇ ਚੱਲਦੇ ਹਾਂ। ਦੋਹੇਰਾ ਸਭ ਬਹੀਰ ਆਇਓ ਮਿਲਿਓ ਉਤਰਨ ਸਮਾ ਪਛਾਨ। ਇਉਂ ਗੁਰੂ ਪਿਆਰਿਓ ਸਤਿਗੁਰੂ ਜੀ ਗੱਲਾਂ ਬਾਤਾਂ ਕਰਦੇ ਜਿਹੜਾ ਹੈ ਦਮਦਮਾ ਸਾਹਿਬ ਤਲਵੰਡੀ ਆ ਉਤਾਰਾ ਕੀਤਾ ਹੈ, ਤੇ ਹੁਣ ਕਿੱਥੇ ਪੜਾਓ ਕਰਨਾ ਇਹ ਦੇਖਣ ਲੱਗੇ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੜ ਕਰ ਚਲੇ ਕੇ ਕਾਨ। ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਘੋੜੇ ਉੱਪਰ ਵਿਰਾਜਮਾਨ ਹਨ। ਚੌਪਈ ਪਹੁੰਚੇ ਜਬ ਤਲਵੰਡੀ ਜਾਏ ਤਬ ਡੱਲਾ ਕਰ ਜੋਰ ਅਲਾਏ। ਔਰ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਵਹੀਰ ਸਮੇਤ ਤਲਵੰਡੀ ਨਗਰ ਦੇ ਵਿੱਚ ਪਹੁੰਚ ਗਏ, ਡੱਲਾ ਹੱਥ ਬੰਨ੍ਹ ਕੇ ਬੇਨਤੀ ਕਰਦਾ ਜੀ। ਕਰੋ ਦੁਰਗ ਕੇ ਅੰਤਰ ਡੇਰਾ ਸਭ ਬਿਦ ਤੇ ਸੁਖ ਹੋਏ ਕਨੇਰਾ। ਮਹਾਰਾਜ ਜੀ ਉਧਰ ਚੱਲੋ ਸਾਡੇ ਕਿਲੇ ਦੇ ਵਿੱਚ। ਦੁਰਗ ਕਹਿੰਦੇ ਆ ਕਿਲੇ ਨੂੰ। ਵੱਡਾ ਚੌਧਰੀ ਸੀ ਇਸ ਇਲਾਕੇ ਦਾ, ਇਸ ਕਰਕੇ ਇਹਦਾ ਘਰ ਵੀ ਬਹੁਤ ਵੱਡਾ, ਕਿਲੇ ਦੇ ਮੁਤਾਬਕ ਪੁਰਾਣੀ ਇੱਟ ਦਾ, ਛੋਟੀ ਇੱਟ ਦਾ ਬਣਿਆ ਹੋਇਆ। ਕਹਿਣ ਲੱਗਿਆ ਜੀ ਕਿਲੇ ਦੇ ਵਿੱਚ ਉਤਾਰਾ ਕਰ ਲਓ। ਸਤਿਗੁਰ ਕਹਿ ਵੇਹ ਰਹਿ ਆਛੇ ਅਬੇ ਬੀਚ ਬਰਬੋ ਕਿਉ ਬਾਛੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਾਨੂੰ ਬਾਹਰ ਹੀ ਠੀਕ ਹੈ, ਹੁਣ ਕਿਲੇ ਵਿੱਚ ਦਾਖਲ ਹੋਣ ਦੀ ਇੱਛਾ ਨਹੀਂ ਹੈ, ਲੋੜ ਨਹੀਂ ਹੈ, ਕਿਉਂਕਿ ਜੰਗ ਜਿਹੜੇ ਹਨ ਪਿੱਛੇ ਸਮਾਪਤ ਹੋ ਚੁੱਕੇ ਹੈ ਤੇ ਸਤਿਗੁਰ ਤਾਂ ਤਿੰਨਾਂ ਸਮਿਆਂ ਦਾ ਜਾਣੂ ਹੈ, ਤੀਹੋ ਕਾਲ ਦਾ ਗਿਆਤਾ ਹੈ, ਆਉਣ ਵਾਲੇ ਸਮੇਂ ਨੂੰ ਵੀ ਜਾਣਦਾ। ਕਹਿੰਦੇ ਨਹੀਂ ਬਾਹਰ ਹੀ ਠੀਕ ਹੈ। ਰਨ ਕਰ ਬੇਕੀ ਨਾਹਿਨ ਆਸਾ ਲਿਖ ਚਾਹਿਓ ਤੁਰਕੇਸ਼ ਬਿਨਾਸ਼ਾ। ਅਸੀਂ ਹੁਣ ਕਿਹੜਾ ਜੰਗ ਕਰਨਾ ਕਿਲੇ ਵਿੱਚ ਵੜ ਕੇ, ਅਸੀਂ ਜ਼ਫਰਨਾਮਾ ਲਿਖ ਕੇ ਭੇਜ ਦਿੱਤਾ ਹੈ। ਔਰ ਤੁਰਕ ਭਾਵ ਔਰੰਗਜ਼ੇਬ ਜਿਹੜਾ ਫੌਜਾਂ ਚੜਾ ਕੇ ਭੇਜਦਾ ਸੀ ਉਹਦਾ ਨਾਸ਼ ਹੋ ਗਿਆ ਹੈ। ਬਾਹਰ ਬਸਨ ਕੀ ਸਦਨ ਜਨਾਨੇ ਅਸਮੰਜਸ ਇਤਿਆਦਿਕ ਜਾਣੇ। ਬਾਕੀ ਬਈ ਤੇਰੇ ਡੇਰੇ ਦੇ ਵਿੱਚ, ਤੇਰੇ ਕਿਲੇ ਦੇ ਵਿੱਚ ਜਨਾਨੇ ਇਸਤਰੀਆਂ ਹਨ, ਤੁਹਾਡੇ ਪਰਿਵਾਰ ਵਸਦੇ ਹਨ, ਅਸੀਂ ਸਿੰਘਾਂ ਨੂੰ ਲੈ ਕੇ ਉੱਥੇ ਨਹੀਂ ਰਹਿ ਸਕਦੇ ਜੀ। ਸੁਨ ਡੱਲੇ ਪੁਨ ਬਿਨੇ ਬਖਾਨੀ ਇੱਕ ਕਰ ਹੀ ਮੈਂ ਸਭ ਹੋਏ ਜਨਾਨੀ। ਡੱਲਾ ਕਹਿਣ ਲੱਗਿਆ ਮਹਾਰਾਜ ਬੀਬੀਆਂ ਨੂੰ ਇੱਕ ਪਾਸੇ ਕਰ ਦੇਵਾਂਗੇ, ਤੁਸੀਂ ਬਾਕੀ ਕਿਲਾ ਸਾਂਭ ਲਓ ਜੀ। ਆਬਰ ਸਥਾਨ ਕਰੇ ਸਭ ਖਾਲੀ ਉਤਰੋ ਅੰਤਰ ਸਰਬ ਸੰਭਾਲੀ। ਜੇ ਕਹੋ ਤਾਂ ਸਾਰੇ ਪਰਿਵਾਰ ਨੂੰ ਹੀ ਕਿਸੇ ਹੋਰ ਘਰੇ ਭੇਜ ਦਿੰਦੇ ਹਾਂ,
ਸਾਰਾ ਕਿਲਾ ਤੁਹਾਡੇ ਲਈ ਖਾਲੀ ਕਰ ਦਿੰਦੇ ਹਾਂ। ਨਾਹੀ ਤਾਜੀ ਜਨਾਨੀਆਂ ਸਾਰੀ ਬਸੇ ਜਾਏ ਕਰ ਨਗਰ ਮਜਾਰੀ। ਬੀਬੀਆਂ ਨਗਰ ਵਿੱਚ ਕਿਸੇ ਹੋਰ ਘਰ ਵਿੱਚ ਭੇਜ ਦੇਵਾਂਗੇ। ਸਕਲ ਮਕਾਨ ਆਪ ਕੀ ਜਾਨੋ ਬਸੋ ਅਨੇਕ ਸੁਖਨ ਕੋ ਠਾਨੋ। ਇਹ ਮਹਾਰਾਜ ਸਾਰਾ ਮਕਾਨ ਸਾਰਾ ਕਿਲਾ ਹੀ ਤੁਹਾਡਾ ਹੈ, ਸੁੱਖ ਨਾਲ ਉਹਦੇ ਵਿੱਚ ਰਹਿਣਾ ਕਰੋ ਜੀ। ਉਹਨੇ ਬਨਿਓ ਹਮ ਬਾਹਰ ਭਾਲੇ ਡੇਰਾ ਕਰੇ ਨਿਕਟ ਹੀ ਕਿਲੇ। ਕੋਈ ਗੱਲ ਨਹੀਂ, ਤੇਰੇ ਨੇੜੇ ਹੀ ਰਹਾਂਗੇ, ਪਰ ਰਹਾਂਗੇ ਅਸੀਂ ਬਾਹਰ ਹੀ। ਤੇਰੋ ਭਾਵ ਭਲੇ ਲਖ ਪਾਇਓ ਜਿਮ ਅੰਤਰ ਤਿਮ ਬਾਹਰ ਪਾਇਓ। ਕੋਈ ਗੱਲ ਨਹੀਂ, ਤੇਰੀ ਭਾਵਨਾ ਪ੍ਰਵਾਨ ਹੈ, ਸਾਡੇ ਵਾਸਤੇ ਤਾਂ ਅੰਦਰ ਬਾਹਰ ਚੰਗਾ ਹੀ ਹੈ। ਇਮ ਕੈ ਸਤਗੁਰ ਕੀ ਨਸ ਡੇਰਾ ਹੈਵ ਕਰ ਅਦਕ ਦੁਰਗ ਕੇ ਨੇਰਾ। ਔਰ ਇਉਂ ਡੱਲੇ ਦੇ ਘਰ ਦੇ ਨੇੜੇ ਹੀ ਸਤਿਗੁਰਾਂ ਨੇ ਉਤਾਰਾ ਕਰ ਲਿਆ ਖੁੱਲੇ ਮੈਦਾਨ ਵਿੱਚ। ਕੰਧ ਨਿਕਟ ਹੈ ਬ੍ਰਿੰਦ ਲਗਾਏ ਤੰਬੂ ਤਾਨ ਦੀਨ ਤਿਸ ਥਾਏ। ਔਰ ਘੋੜੇ ਜਿਹੜੇ ਹਨ ਉਹ ਕਿਲੇ ਦੀ ਬਾਹਰਲੀ ਕੰਧ ਦੇ ਨਾਲ ਤਿਆਰੀ ਕਰਕੇ ਸਿੰਘਾਂ ਨੇ ਤੁਰੰਤ ਹੀ ਕਿਲੇ ਗੱਡ ਕੇ ਔਰ ਉਹਨਾਂ ਨੂੰ ਬੰਨ੍ਹ ਦਿੱਤਾ ਹੈ। ਇੱਕ ਸ਼ਬਦ ਵਰਤਦੇ ਹੈ ਤੁਰਤ ਪਲਾਓ। ਤੁਰਤ ਪਲਾਓ ਦੇ ਬਹੁਤ ਅਰਥ ਹੈ। ਇੱਕ ਅਰਥ ਹੈ ਤੁਰਤ ਪਲਾਨ, ਤੁਰੰਤ ਹੀ ਕੋਈ ਇੰਤਜ਼ਾਮ ਕਰਨਾ, ਵਿਉਂਤਬੰਦੀ ਬਣਾਉਣੀ। ਦੂਜਾ ਵੀ ਪ੍ਰਸ਼ਾਦਾ ਕਾਹਦੇ ਨਾਲ ਛਕਿਆ ਹੈ, ਤੁਰਤ ਪਲਾਓ, ਭਾਵ ਜਿਹੜਾ ਤੁਰਤ ਤਿਆਰੀ ਹੋ ਜਾਵੇ ਚਟਨੀ ਦੇ ਨਾਲ ਛਕਿਆ। ਕਹੋ ਸਤਨਾਮ। ਉਹਨੂੰ ਚਟਨੀ ਨਹੀਂ, ਖਾਲਸਾ ਕਹਿੰਦਾ ਤੁਰਤ ਪਲਾਓ। ਤੋ ਖੈਰ ਤੁਰੰਤ ਹੀ ਇਹਨਾਂ ਨੇ ਸਾਰੀ ਤਿਆਰੀ ਕੀਤੀ ਹੈ। ਕਿਲੇ ਦੀ ਕੰਧ ਦੇ ਬਾਹਰਲੇ ਪਾਸੇ ਕਿਲੇ ਗੱਡ ਕੇ ਘੋੜੇ ਜਿਹੜੇ ਹਨ ਉਹ ਬੰਨ੍ਹ ਦਿੱਤੇ ਜੀ। ਕੁਛ ਕ ਫਰਕ ਤੇ ਸਿੰਘ ਥਿਰੇ ਹੈ ਦੂਰ ਦੂਰ ਲੋ ਉਤਰ ਪਰੇ ਹੈ। ਥੋੜੀ ਦੂਰੀ ਤੇ ਘੋੜਿਆਂ ਤੋਂ ਸਿੰਘਾਂ ਨੇ ਆਪਣੇ ਤੰਬੂ ਲਾਉਣੇ ਸ਼ੁਰੂ ਕੀਤੇ ਜੀ। ਤਿਨ ਤੇ ਪਰੇ ਪਰੇ ਬੈਰਾਰ ਉਤਰੇ ਪੈਦਲ ਅਰ ਅਰ ਸਾਵਾਰ। ਔਰ ਬੈਰਾੜ ਵੀ ਜਿਨ੍ਹਾਂ ਨੇ ਪਿੱਛੇ ਤਨਖਾਹਾਂ ਲਈਆਂ ਸੀ ਉਹ ਵੀ ਨਾਲ ਨਾਲ ਆ ਰਹੇ ਨੇ। ਆਪਣੇ ਘਰੇ ਪੈਸੇ ਦੇ ਕੇ ਵਾਪਸ ਦੁਬਾਰਾ ਫਿਰ ਆ ਗਏ ਹੋਣਗੇ। ਤੋ ਇਹ ਪਿੱਛੇ ਪਿੱਛੇ ਆ ਰਹੇ ਆ। ਇਹਨਾਂ ਨੇ ਵੀ ਥੋੜੀ ਦੂਰੀ ਤੇ ਆਪਣੇ ਟਿਕਾਣੇ ਕਰ ਲਏ। ਪੈਦਲ ਸਵਾਰ ਘੋੜ ਸਵਾਰ ਫੌਜਾਂ ਨੇ ਆਚੀ ਰੀਤ ਲਗਾਏ ਸਡੇਰੇ ਗੁਰ ਕੇ 14 ਰੱਛ ਬਡੇਰੇ। ਸਤਿਗੁਰਾਂ ਨੇ ਸੈਂਟਰ ਦੇ ਵਿੱਚ ਤੰਬੂ ਲਾਇਆ ਸਤਿਗੁਰਾਂ ਦਾ, ਜਿੱਥੇ ਹੁਣ ਸ੍ਰੀ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਨਾਲ ਲਗਮਾ ਜੋ ਤਖਤ ਸਾਹਿਬ ਵੱਜਦਾ, ਉੱਥੇ ਸਤਿਗੁਰਾਂ ਦਾ ਉਤਾਰਾ ਸੀ ਤੇ 4 ਛਪੇਰੇ ਸਿੰਘਾਂ ਨੇ ਤੰਬੂ ਲਾ ਲਏ ਜੀ। ਕੈਬੋ ਬਾਰ ਦੇਗ ਕਰੰਤਰ ਤੂਰਨ ਹੀ ਵਰਤਾਏ ਨਿਰੰਤਰ। ਸਤਿਗੁਰ ਜੀ ਇੱਥੇ ਉਤਰੇ ਤੇ ਸਤਿਗੁਰਾਂ ਨੇ ਉਤਾਰਾ ਕੀਤਾ ਤੇ ਇੱਥੇ ਭਾਈ ਡੱਲੇ ਨੇ ਬਹੁਤ ਕਹਿ ਕੇ ਪ੍ਰੇਮੀ ਸਿੰਘਾਂ ਦਾ ਲੰਗਰ ਜਿਹੜਾ ਹੈ ਆਪਣੇ ਕਿਲੇ 'ਚ ਕਰਵਾਇਆ। ਉਹ ਕਹਿਣ ਲੱਗਾ ਜੀ ਲੰਗਰ ਸਾਡੇ ਘਰੋਂ ਬਣ ਕੇ ਆਵੇਗਾ, ਚਲੋ ਤੁਸੀਂ ਬਾਹਰ ਉਤਾਰਾ ਕਰ ਲਓ। ਸਭ ਬੈਰਾੜ ਰੋਜ਼ ਕੋ ਪਾਵੈ ਆਪਣੋ ਭੋਜਨ ਆਪ ਬਣਾਵੈ। ਹੁਣ ਤੇ ਬਰਾੜ ਜਿਹੜੇ ਆ ਰੋਜ਼ਾਨਾ ਦਿਹਾੜੀ ਲੈਂਦੇ ਆ, ਤਨਖਾਹ ਲੈਂਦੇ ਆ ਰੋਜ਼ਾਨਾ ਦੀ। ਇਸ ਕਰਕੇ ਕਹਿੰਦੇ ਉਹ ਬਰਾੜ ਆਪਣਾ ਲੰਗਰ ਅਲੱਗ ਤਿਆਰ ਕਰਦੇ ਆ। ਪਰ ਭਾਵੇਂ ਕਿ ਡੱਲੇ ਦੇ ਘਰੋਂ ਵੀ ਕਿਲੇ ਦੇ ਵਿੱਚੋਂ ਲੰਗਰ ਬਣ ਕੇ ਆਉਂਦਾ ਹੈ। ਸਿੰਘ ਸੰਗ ਸਭ ਤੇਗ ਆਹਾਰਾ ਅਚਵਨ ਕਰੇ ਅਨੇਕ ਪ੍ਰਕਾਰਾ। ਬਰਾੜ ਵੀ ਛਕ ਸਕਦੇ ਆ, ਉਹਨਾਂ ਦੀ ਮਰਜ਼ੀ ਹੈ, ਰੋਕਿਆ ਥੋੜਾ ਉਹਨਾਂ ਨੂੰ ਵੀ ਤੁਸੀਂ ਤਨਖਾਹ ਲੈਂਦੇ ਹੋ, ਉਹਨਾਂ ਦੀ ਮੌਜ ਆ। ਬਰਾੜ ਆਪਣਾ ਲੰਗਰ ਤਿਆਰ ਕਰਦੇ ਆ, ਪਰ ਬਾਕੀ ਜਿਹੜਾ ਗੁਰੂ ਕਾ ਲੰਗਰ ਤਿਆਰ ਹੁੰਦਾ ਹੈ ਉਹਦੇ ਵਿੱਚੋਂ ਸਾਰੇ ਸਿੰਘ ਸੰਗਤਾਂ ਛਕਣਾ ਕਰਦੀਆਂ ਹਨ। ਜਾਏ ਦੁਰਗ ਕੇ ਅੰਤਰ ਖਾਏ ਪ੍ਰਭ ਕੋ ਥਾਲ ਵਹਿਰ ਹੀ ਲਿਆਏ। ਸਤਿਗੁਰੂ ਪਾਤਸ਼ਾਹ ਉਹਦੇ ਕਿਲੇ ਦੇ ਵਿੱਚ ਨਹੀਂ ਜਾਂਦੇ, ਸਿੰਘ ਭਾਵੇਂ ਜਾ ਕੇ ਛਕੇ ਆਉਂਦੇ ਐ, ਪਰ ਗੁਰੂ ਕਾ ਭੋਜਨ ਜਿਹੜਾ ਥਾਲ ਲਾ ਕੇ ਉੱਥੇ ਹੀ ਆ ਜਾਂਦਾ ਹੈ ਜੀ। ਸੁਪਤ ਜਥਾ ਸੁਖ ਰਾਤ ਬਿਤਾਈ ਸੋਚ ਇਸ਼ਨਾਨ ਪ੍ਰਾਤ ਅਰਨਾਈ। ਔਰ ਇੱਥੇ ਸਾਰਿਆਂ ਨੇ ਫਿਰ ਅੱਜ ਦੀ ਰਾਤ ਕੱਟੀ ਹੈ ਸੌਂ ਕਰਕੇ। ਦਿਨ ਚੜ੍ਹਦਾ ਹੈ, ਬੈਠੇ ਸਤਿਗੁਰ ਲਾਏ ਦੀਵਾਨ ਕਰੇ ਰਬਾਬੀ ਕੀਰਤਨ ਗਾਨ। ਸਾਰਿਆਂ ਨੇ ਸ਼ੌਚ ਇਸ਼ਨਾਨ ਆਦਿ ਕੀਤਾ, ਇਸ਼ਨਾਨ ਆਦਿ ਕੀਤਾ, ਤਿਆਰ ਪਰ ਤਿਆਰ ਹੋਏ, ਸਤਿਗੁਰਾਂ ਦੇ ਦੀਵਾਨ ਸਜ ਗਏ। ਔਰ ਸਤਿਗੁਰਾਂ ਦੇ ਸਾਹਮਣੇ ਸਾਰੀ ਸਿੱਖ ਸੰਗਤਾਂ ਵਿਰਾਜਮਾਨ ਹੋਈਆਂ ਤੇ ਰਬਾਬੀ ਰਾਗੀ ਕੀਰਤਨੀਏ ਕੀਰਤਨ ਕਰਨ ਲੱਗੇ ਜੀ। ਨਿਕਟ ਨਿਕਟ ਕੇ ਗ੍ਰਾਮ ਅਨੇਕ ਆਏ ਸੋ ਦਰਸੀ ਜਲਦ ਬਵੇਕ। ਔਰ ਥੋੜੇ ਹੀ ਸਮੇਂ ਦੇ ਵਿੱਚ ਆਸੇ-ਪਾਸੇ ਖਬਰ ਫੈਲ ਗਈ ਕਿ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਉਹ ਆਪਣੇ ਇਲਾਕੇ ਵਿੱਚ ਆਏ ਹਨ।
ਤਾਂ ਨਗਰਾਂ ਦੀਆਂ ਸੰਗਤਾਂ ਜਿਹੜੀਆਂ ਦਰਸ਼ਨਾਂ ਲਈ ਦਮਦਮਾ ਸਾਹਿਬ ਤਲਵੰਡੀ ਆਉਣ ਲੱਗੀਆਂ। ਬਾਹਰ ਸੁੰਦਰੀ ਸਾਹਿਬ ਦੇਵੀ ਪ੍ਰਭ ਕੇ ਮਹਿਲ ਪਾਏ ਸੁਧ ਏਵੀ। ਤਾਂ ਇਹਨਾਂ ਨੂੰ ਭਾਈ ਮਣੀ ਸਿੰਘ ਜੀ ਦੇ ਨਾਲ ਪਾਤਸ਼ਾਹ ਜੀ ਨੇ ਸੇਫਟੀ ਦੇ ਵਿੱਚ ਦਿੱਲੀ ਵੱਲ ਭੇਜ ਦਿੱਤਾ ਸੀ। ਤੇ ਜਦੋਂ ਭਾਈ ਮਣੀ ਸਿੰਘ ਹੋਰਾਂ ਨੂੰ ਪਤਾ ਲੱਗਿਆ ਕਿ ਹੁਣ ਜੰਗ ਖਤਮ ਹੋ ਗਏ ਤੇ ਸਤਿਗੁਰੂ ਮਾਲਵੇ ਵਿੱਚ ਆ ਗਏ ਹਨ, ਤੇ ਭਾਈ ਮਣੀ ਸਿੰਘ ਇਹਨਾਂ ਦੋਨਾਂ ਮਾਤਾਵਾਂ ਨੂੰ ਨਾਲ ਲੈ ਕੇ ਤਲਵੰਡੀ ਪਹੁੰਚਿਆ ਜੀ। ਕਿਤ ਕਿਤ ਸਿੱਖਨ ਕੇ ਕਰ ਹਰ ਰਹਿ ਕੇ ਸਾਹਿਬਜ਼ਾਦੇ ਮ੍ਰਿਤੂ ਪੈ ਲੈ ਕੇ। ਔਰ ਜਦੋਂ ਮਾਤਾ ਜੀ ਹੋਰੇ ਇੱਥੇ ਪਹੁੰਚੇ ਤਾਂ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜੇ ਸਾਡੇ 4 ਸਾਹਿਬਜ਼ਾਦੇ ਸਨ ਉਹ ਜੰਗਾਂ ਵਿੱਚ ਸ਼ਹੀਦ ਹੋ ਗਏ। ਪਤਾ ਲੱਗਿਆ ਸੁਣ ਸੁਣ ਸੁਧ ਕੋ ਪਾਏ ਦੁਖਾਰੀ ਕਰ ਕਰ ਸ਼ੋਕ ਬਹਿਓ ਦ੍ਰਿਗ ਬਾਰੀ। ਔਰ ਫਿਰ ਜਦੋਂ ਪਤਾ ਲੱਗਿਆ ਵੀ ਸਾਡੇ ਪੁੱਤਰ ਤਾਂ ਸ਼ਹੀਦ ਹੋ ਗਏ ਤੇ ਅੱਖਾਂ ਵਿੱਚੋਂ ਪਾਣੀ ਵਗਦਾ ਜਦੋਂ ਯਾਦ ਆਉਂਦੀ ਹੈ। ਟੇਕੇ ਆਨ ਤਲਵੰਡੀ ਜਬੈ ਦੋਨੋਂ ਆਨ ਦਰਸ ਕੈ ਤਬੈ। ਇਸ ਤਰ੍ਹਾਂ ਜਦੋਂ ਮੇਰੇ ਪ੍ਰੀਤਮ ਜੀ ਦਮਦਮਾ ਸਾਹਿਬ ਤਲਵੰਡੀ ਆ ਗਏ, ਇਹਨਾਂ ਮਾਤਾਵਾਂ ਨੇ ਵੀ ਇੱਥੇ ਆ ਕੇ ਦੁਬਾਰਾ ਮਿਲਣਾ ਕੀਤਾ ਹੈ ਜੀ। ਪੁੱਤਰਨ ਪੀਰ ਪਾਏ ਕਰ ਰੋਈ ਗਦ ਗਦ ਗਿਰਾ ਬਿਅਕਲ ਬਹੁ ਹੋਈ। ਤੋ ਸਜੇ ਦੀਵਾਨ ਦੇ ਵਿੱਚ ਹੁਣ ਮਾਤਾ ਦਾ ਦਿਲ ਪੁੱਛਿਆ ਲੋਹੜੀ ਦਾ। ਤੋ ਮਾਤਾਵਾਂ ਨੂੰ ਬੜਾ ਦਰਦ ਹੋਇਆ, ਭਾਵ ਦੁੱਖ ਹੋਇਆ ਸਾਹਿਬਜ਼ਾਦਿਆਂ ਦੇ ਗੁਜ਼ਰਨ ਦਾ। ਦੁੱਖ ਤਾਂ ਸਭ ਨੂੰ ਹੋਇਆ, ਬਹੁਤ ਸਾਰੇ ਸਿੰਘ ਵੀ ਸ਼ਹੀਦ ਹੋਏ, ਸਤਿਗੁਰਾਂ ਦੇ ਸਾਹਿਬਜ਼ਾਦੇ ਵੀ ਸ਼ਹੀਦ ਹੋਏ। ਜਦੋਂ ਮਾਤਾਵਾਂ ਦੀਵਾਨ ਵਿੱਚ ਪਹੁੰਚਦੀਆਂ ਹਨ ਤਾਂ ਉਸ ਵੇਲੇ ਬੜੀਆਂ ਵਿਰਾਗਮਾਨ ਹੋਈਆਂ। ਔਰ ਆਮ ਆਪਾਂ ਇਹ ਵੀ ਗੱਲ ਸੁਣਦੇ ਹਾਂ ਕਿ ਆ ਕੇ ਉਹਨਾਂ ਨੇ ਦੀਵਾਨ ਵਿੱਚ ਨਿਗਾਹ ਮਾਰੀ ਔਰ ਪਾਤਸ਼ਾਹ ਜੀ ਨੂੰ ਬਚਨ ਕੀਤਾ, ਪਾਤਸ਼ਾਹ ਪੁੱਤਰ ਕਿੱਥੇ ਹਨ? ਤੇ ਪਾਤਸ਼ਾਹ ਜੀ ਕਹਿੰਦੇ ਕਿਹੜੇ ਪੁੱਤਰ? ਮਹਾਰਾਜ ਆਪਣੇ 4 ਸਾਹਿਬਜ਼ਾਦੇ ਉਹ ਦਿਸਦੇ ਨਹੀਂ ਸੰਗਤ ਵਿੱਚ। ਤੇ ਪਾਤਸ਼ਾਹ ਜੀ ਨੇ ਉੱਥੇ ਫਿਰ ਇਹ ਬਚਨ ਕੀਤਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਸਾਰਾ ਖਾਲਸਾ ਪੰਥ ਜਿਹੜਾ ਹੈ ਤੁਹਾਡਾ ਹੀ ਹੈ, ਇਹ ਆਪਣੇ ਪੁੱਤਰ ਹਨ। ਕੀ ਹੋਇਆ ਜੇ 4 ਪੁੱਤਰ ਮੈਂ ਖਾਲਸਾ ਪੰਥ ਤੋਂ ਵਾਰ ਦਿੱਤੇ ਹਨ? ਸੁੰਦਰੀ ਸੁਤ ਸੁੰਦਰ ਸਰਬਗਾ ਸਿਮਰ ਸਿਮਰ ਗੁਣ ਗਨ ਤੇ ਚੰਗਾ। ਤੋ ਮਾਤਾ ਸੁੰਦਰੀ ਜੀ ਦਾ ਨਾਮ ਇਸੇ ਕਰਕੇ ਵੀ ਸੁੰਦਰੀ ਸੀ ਕਿ ਉਹਨਾਂ ਦੇ ਸਰੀਰ ਕਰਕੇ ਬੜੇ ਸੁੰਦਰ ਸਨ। ਰੋਦਤ ਅਧਿਕ ਪਤਤ ਚਰਨ ਪਾਸੀ ਸ਼ੋਕ ਸਹਿਤ ਬਹੁ ਗਿਰਾ ਪ੍ਰਕਾਸ਼ੀ। ਔਰ ਸਤਿਗੁਰੂ ਪਾਤਸ਼ਾਹ ਆਪਣੇ ਪਤੀ ਦੇ ਕੋਲ ਬੈਠ ਕਰਕੇ ਮਾਤਾ ਸੁੰਦਰੀ ਜੀ ਸ਼ੋਕ ਕਰਦੇ ਹੋਏ ਕਹਿੰਦੇ, ਸਕਲ ਸਮਾਜ ਸਦਨ ਕੀ ਸਾਥਾ ਪੁੱਤਰਨ ਹਤਨ ਕਸ਼ਟ ਹੈ ਨਾਥਾ। ਮਾਤਾ ਜੀ ਕਹਿਣ ਲੱਗੇ, ਸਤਿਗੁਰੂ ਜੀ ਸਾਰੇ ਸਮਾਜ ਘਰ ਦਾ ਸਾਜੋ ਸਮਾਨ ਭਾਵੇਂ ਸਭ ਨਾਸ਼ ਹੋ ਗਿਆ, ਖਤਮ ਹੋ ਗਿਆ, ਸਾਨੂੰ ਉਸ ਦਾ ਫਿਕਰ ਨਹੀਂ ਹੈ, ਪਰ ਪੁੱਤਰਾਂ ਦਾ ਸ਼ਹੀਦ ਹੋਣ ਦਾ ਬੜਾ ਫਿਕਰ ਹੋਇਆ ਹੈ ਜੀ। ਬਦਨ ਪਰ ਪਲਤ ਅਸ਼ਰ ਪਹਿਬਾਰੀ ਬਹੁ ਬਿਖਾਦ ਤੇ ਵਿਆਕਲ ਭਾਰੀ। ਔਰ ਇਸ ਤਰ੍ਹਾਂ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਇਹ ਦੋਨੇ ਹੀ ਕਹਿੰਦੇ ਸਤਿਗੁਰਾਂ ਦੇ ਕੋਲ ਬੈਠ ਕੇ ਵਿਆਕੁਲ ਹੋਏ ਬਰਾਹ ਕਰਦੇ ਹਨ। ਇੱਕ ਪੁੱਤਰਾ ਸੁੰਦਰ ਗੁਣ ਪੂਰਨ ਪਿਓ ਸੋ ਹੱਥ ਕਰ ਸ਼ਤਰਨ ਚੂਰਨ। ਔਰ ਇੱਕ ਪੁੱਤਰਾ ਮਾਤਾ ਸੁੰਦਰੀ ਜੀ ਦਾ ਇੱਕ ਪੁੱਤਰ ਸੀ, ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਤੇ ਛੋਟੇ 3 ਪੁੱਤਰ ਮਾਤਾ ਜੀਤੋ ਜੀ ਦੇ ਸਨ। ਤੇ ਸਾਰਾ ਖਾਲਸਾ ਪੰਥ ਮਾਤਾ ਸਾਹਿਬ ਕੌਰ ਜੀ ਦੀ ਝੋਲੀ ਪਾਇਆ। ਤਾਂ ਪਹਿਲਾ ਜਿਹੜਾ ਪੁੱਤਰ ਹੋਇਆ ਸੀ ਵੱਡਾ, ਉਹ ਮਾਤਾ ਸੁੰਦਰੀ ਜੀ ਦਾ ਸੀ, ਸਾਹਿਬਜ਼ਾਦਾ ਅਜੀਤ ਸਿੰਘ। ਤੇ ਦੂਸਰੇ ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਇਹ ਮਾਤਾ ਜੀਤੋ ਜੀ ਦੇ ਸਨ। ਇਸੇ ਕਰਕੇ ਉਹਨਾਂ ਨੇ ਕਿਹਾ ਸੀਗਾ ਦਾਦੀ ਮਾਂ ਗੁਜਰੀ ਜੀ ਨੂੰ ਕਿ ਮਾਤਾ ਮੈਂ ਤਾਂ ਹੁਣ ਚੱਲੀ ਹਾਂ, ਕਿਉਂਕਿ ਉਹਨਾਂ ਨੂੰ ਜਿਉਂਦੇ ਜੀ ਆਉਣ ਵਾਲਾ ਸਮਾਂ ਸਾਰਾ ਹੀ ਇੱਕ ਸੁਪਨੇ ਦੇ ਵਿੱਚ ਹੀ ਅਨੁਭਵ ਕਰਵਾਤਾ ਸੀ ਕਿ ਇੱਦਾਂ ਹੋਣਾ। ਕਿਉਂਕਿ ਉਹਨਾਂ ਨੇ ਇੱਕ ਦਿਨ ਪਾਤਸ਼ਾਹ ਜੀ ਦੇ ਕੋਲੋਂ ਬੇਨਤੀ ਕਰਕੇ ਸਿਮਰਨ ਮੰਗ ਲਿਆ। ਕਹਿੰਦੇ ਪਾਤਸ਼ਾਹ ਤੁਸੀਂ ਸਾਰੀ ਸੰਗਤਾਂ ਨੂੰ ਉਤਾਰਦੇ ਹੋ, ਮਨੁੱਖਾਂ ਨੂੰ ਸਿਮਰਨ ਦੀ ਦਾਤ ਬਖਸ਼ਦੇ ਹੋ, ਕਿ ਸਾਡੇ ਵਾਸਤੇ ਇਸਤਰੀਆਂ ਵਾਸਤੇ ਵੀ ਕੋਈ ਸਿਮਰਨ ਦਾ ਢੰਗ ਹੈ, ਸਾਡੀ ਮੁਕਤੀ ਦਾ ਵੀ ਕੋਈ ਢੰਗ ਹੈ, ਕੋਈ ਜੁਗਤ ਸਾਨੂੰ ਵੀ ਦੱਸੋ। ਤੇ ਗੁਰੂ ਇਸ ਗੱਲ ਤੇ ਬਹੁਤ ਖੁਸ਼ ਹੁੰਦੇ ਆ ਜਦੋਂ ਕੋਈ ਗੁਰੂ ਦੇ ਕੋਲੋਂ ਸਿਮਰਨ ਦੀ ਦਾਤ ਮੰਗਦਾ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਜੀਤੋ ਜੀ ਮੈਂ ਬਹੁਤ ਖੁਸ਼ ਹੋਇਆ, ਇਹ ਚੀਜ਼ ਕੋਈ ਵਿਰਲਾ ਹੀ ਪੁੱਛਦਾ, ਨਹੀਂ ਤਾਂ ਸਾਰੇ ਸੰਸਾਰ ਦੀਆਂ ਵਸਤੂਆਂ ਮੰਗਦੇ ਆ।
ਆ ਤੁਹਾਨੂੰ ਅਸੀਂ ਦਰਗਾਹੀ ਦਾਤ ਦਿੰਨੇ ਆ। ਫਿਰ ਉਹ ਜਦੋਂ ਸਿਮਰਨ ਦੀ ਜੁਗਤ ਹੈ ਸਤਿਗੁਰਾਂ ਦੀ ਸੌ ਸਾਖੀ ਵਿੱਚ ਲਿਖੀ ਹੋਈ ਆ, ਗੁਰਬਾਣੀ ਵਿੱਚ ਵੀ ਵਾਰ-ਵਾਰ ਸ਼ਬਦਾਂ ਦੇ ਵਿੱਚ ਆਉਂਦੀ ਆ ਉਹ ਗੱਲ, ਥੋੜ੍ਹੀ ਵਿਚਾਰ ਕਰਨੀ ਪੈਂਦੀ ਆ। ਤੋਂ ਮਾਤਾ ਜੀਤੋ ਜੀ ਨੇ ਉਹ ਸਿਮਰਨ ਦੀ ਦਾਤ ਪ੍ਰਾਪਤ ਕੀਤੀ ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਇਸ ਤਰ੍ਹਾਂ ਜੀਤੋ ਜੀ ਕੋਈ ਸਿੱਧਾ ਬੈਠ ਕੇ ਰੀੜ੍ਹ ਦੀ ਹੱਡੀ ਸਿੱਧੀ ਰੱਖ ਕੇ, ਧੌਣ ਸਿੱਧੀ ਰੱਖ ਕੇ, ਆਪਣੇ ਨੇਤਰਾਂ ਦੀ ਡਾਇਰੈਕਸ਼ਨ ਸਿੱਧੀ ਸਵਾਸਾਂ 'ਤੇ ਪਾਉਂਦਾ ਹੋਇਆ ਗੁਰੂ ਦੇ ਬਖਸ਼ੇ ਮੰਤਰ ਨੂੰ ਜਪਦਾ ਜਦੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤਾਂ ਸਹਿਜੇ ਹੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਜੇ ਕੋਈ ਲਗਾਤਾਰ ਚਿੱਤ ਲਾ ਕੇ 3 ਮਹੀਨੇ ਜਾਪ ਕਰ ਲਵੇ ਤੇ ਉਹਨੂੰ ਜਲਦੀ ਹੀ ਪਰਮੇਸ਼ਰ ਨਾਲ ਮਿਲਾਪ ਹੋ ਜਾਂਦਾ ਹੈ। ਤੇ ਮਾਤਾ ਜੀਤੋ ਜੀ ਨੇ ਕਹਿੰਦੇ ਲਗਾਤਾਰ ਬਿਨਾਂ ਨਾਗਾ ਪਾਇਆ ਸਮੇਂ 'ਤੇ ਬੈਠ ਕੇ 3 ਮਹੀਨੇ ਜਾਪ ਕੀਤਾ ਤਾਂ ਇਹਨਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ। ਇੱਕ ਦਿਨ ਇਹਨਾਂ ਨੂੰ ਆਪਾਂ ਸੁਪਨਾ ਕਹਿ ਦਿੰਦੇ ਹਾਂ, ਉਹ ਅਣਜਾਣ ਪੁਣੇ, ਸੁਪਨੇ ਤੇ ਅਨੁਭਵ 'ਚ ਬਹੁਤ ਫਰਕ ਹੈ। ਇਹ 'ਚ ਕੀ ਫਰਕ ਹੈ ਕਿ ਸੁਪਨਾ ਤੁਹਾਨੂੰ ਰਾਤ ਨੂੰ ਆਇਆ ਤੜਕੇ ਭੁੱਲ ਜਾਵੇਗਾ, ਅਨੁਭਵ ਇੱਕ ਵਾਰੀ ਕੋਈ ਹੋ ਗਿਆ ਨਾ ਉਹ ਜ਼ਿੰਦਗੀ ਭਰ ਨਹੀਂ ਭੁੱਲਦਾ ਗਾ, ਉਹ ਤੁਹਾਡੇ ਯਾਦ ਰਹੂਗਾ। ਜਦੋਂ ਵੀ ਯਾਦ ਕਰੋਗੇ ਉਹਦੀ ਅੱਖਾਂ ਸਾਹਮਣੇ ਆ ਜਾਊਗਾ। ਸੋ ਮਾਤਾ ਜੀਤੋ ਜੀ ਨੂੰ ਅਨੁਭਵ ਹੋਇਆ, ਰਾਤ ਨੂੰ ਸਿਮਰਨ ਵਿੱਚ ਬੈਠੇ ਆ, ਜਿਸ ਤਰ੍ਹਾਂ ਕਿ ਆਨੰਦਪੁਰ ਛੱਡਣਾ ਪਿਆ, ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। 2 ਸਾਹਿਬਜ਼ਾਦੇ ਕਿਧਰੇ ਚਲੇ ਗਏ, 2 ਕਿਧਰੇ ਚਲੇ ਗਏ, ਜੰਗਾਂ ਹੋਈਆਂ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ। ਇਹ ਉਹਨਾਂ ਨੇ ਸਮਾਂ ਆਉਣ ਤੋਂ ਪਹਿਲਾਂ ਦੇਖ ਲਿਆ, ਜਦੋਂ ਕਿ ਹਜੇ ਕੋਈ ਗੱਲਬਾਤ ਨਹੀਂ ਸੀ। ਆਨੰਦਪੁਰ ਸਾਹਿਬ ਦੇ ਵਿੱਚ ਖੁਸ਼ੀ ਵਸਦੇ ਸੀ, ਰੰਗੀ ਵਸਦੇ ਸੀ। ਇਹ ਅਨੁਭਵ ਰਾਤ ਨੂੰ ਹੋਇਆ ਤੇ ਤੜਕੇ ਉੱਠ ਕੇ ਉਹਨਾਂ ਨੇ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਰਾਤ ਮੈਨੂੰ ਇੱਦਾਂ ਫੀਲ ਹੋਇਆ, ਅਨੁਭਵ ਹੋਇਆ ਜਾਂ ਸੁਪਨਾ ਆਇਆ, ਇਹ ਸੱਚਾ ਕਿ ਝੂਠਾ ਹੈ? ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਦੱਸੋ। ਕਹਿੰਦੇ ਇੱਦਾਂ ਰਾਤ ਨੂੰ ਮੈਂ ਦੇਖਿਆ ਕਿ ਸਾਰਾ ਪਰਿਵਾਰ ਵਿਛੜ ਗਿਆ, 2 ਸਾਹਿਬਜ਼ਾਦੇ ਕਿਧਰੇ, 2 ਕਿਧਰੇ, ਮਾਤਾ ਗੁਜਰੀ ਕਿਧਰੇ, ਤੁਸੀਂ ਕਿਧਰੇ, ਮੈਂ ਵਿੱਚ ਹੈ ਹੀ ਨਹੀਂ। ਹੁਣ ਜਿਹੜਾ ਫਿਲਮ ਬਣਾਉਂਦਾ ਹੈਗਾ, ਵੀਡੀਓ ਬਣਾਉਂਦਾ ਕੈਮਰੇ ਨਾਲ, ਉਹ ਤਾਂ ਕੈਮਰੇ 'ਚ ਆਉਂਦਾ ਹੀ ਨਹੀਂ। ਕਹੋ ਸਤਿਨਾਮ। ਮਾਤਾ ਜੀਤੋ ਜੀ ਦੇਖ ਰਹੇ ਨੇ, ਹੁਣ ਉਹ ਇਸ ਫਿਲਮ ਦੇ ਵਿੱਚ ਕਿਵੇਂ ਆਉਣ? ਪਰ ਉਹਨਾਂ ਨੂੰ ਬਾਕੀ ਸਾਰੀ ਫਿਲਮ ਦਿਖਾ ਦਿੱਤੀ ਆ ਪਾਤਸ਼ਾਹ ਨੇ। ਤੇ ਮਹਾਰਾਜ ਮੈਂ ਵਿੱਚ ਹੈ ਹੀ ਨਹੀਂ, ਇਹ ਸੱਚੀ ਹੈ ਕਿ ਝੂਠੀ ਹੈ ਗੱਲ? ਤੇ ਪਾਤਸ਼ਾਹ ਕਹਿਣ ਲੱਗੇ ਜੀਤੋ ਜੀ ਹੋਣਾ ਤਾਂ ਇੱਦਾਂ ਹੀ ਆ। ਤੇ ਮਾਤਾ ਜੀਤੋ ਜੀ ਕਹਿੰਦੇ ਫਿਰ ਮੈਂ ਤਾਂ ਵੇਖ ਨਹੀਂ ਸਕਦੀ ਮਹਾਰਾਜ ਐਸਾ ਸਮਾਂ। ਤੇ ਪਾਤਸ਼ਾਹ ਕਹਿਣ ਲੱਗੇ ਚੰਗਾ ਜੀਤੋ ਜੀ ਤੁਸੀਂ ਇੱਦਾਂ ਕਰੋ, ਪਹਿਲਾਂ ਚਲੇ ਜਾਓ, ਅਸੀਂ ਤਾਂ ਇਹ ਤਮਾਸ਼ਾ ਵੇਖਣ ਆਏ ਹਾਂ, ਵੇਖ ਕੇ ਜਾਵਾਂਗੇ। ਕਹੋ ਸਤਿਨਾਮ। ਤੁਸੀਂ ਚਲੇ ਜਾਓ, ਅਸੀਂ ਕਿਵੇਂ ਜਾਈਏ? ਕਹਿੰਦੇ ਸਿਮਰਨ ਨੂੰ ਤੇਜ਼ ਕਰ ਦਿਓ, ਵੱਧ ਤੋਂ ਵੱਧ ਸਿਮਰਨ ਕਰੋ। ਸਿਮਰਨ ਕਰਦਿਆਂ ਹੋਇਆ ਆਪਣੇ ਪ੍ਰਾਣਾਂ ਨੂੰ ਤਿਆਗ ਕੇ ਪਰਮੇਸ਼ਰ ਵਿੱਚ ਮਿਲ ਜਾਓਗੇ। ਤੋ ਮਾਤਾ ਜੀ ਨੇ ਫਿਰ 1 ਸਾਲ ਪਰ ਉਹ ਸਿਮਰਨ ਦਾ ਆਨੰਦ ਵੀ ਲਿਆ, ਅਭਿਆਸ ਵੀ ਕੀਤਾ। ਤੇ ਇੱਕ ਦਿਨ ਵਸਦੇ ਰਸਦੇ ਆਨੰਦਪੁਰ ਦੇ ਵਿੱਚ ਉਹਨਾਂ ਨੇ ਆਪਣੇ 10ਵੇਂ ਦੁਆਰ ਰਾਹੀਂ ਸਰੀਰ ਤਿਆਗ ਦਿੱਤਾ। ਲੇਕਿਨ ਉਸ ਤੋਂ ਪਹਿਲਾਂ ਉਹਨਾਂ ਨੂੰ ਪਤਾ ਲੱਗਿਆ ਕਿ ਹੁਣ ਮੈਂ ਸਰੀਰ ਤਿਆਗਣ ਦਾ ਸਮਾਂ ਨੇੜੇ ਆ ਗਿਆ ਮੇਰਾ। ਉਹਨਾਂ ਨੇ ਛੋਟੇ ਸਾਹਿਬਜ਼ਾਦੇ ਦੋਨੇ ਮਾਤਾ ਗੁਜਰੀ ਜੀ ਦੀ ਗੋਦ ਪਾਤੇ ਵੀ ਮਾਤਾ ਜੀ ਇਹ ਬੱਚੇ ਛੋਟੇ ਆ, ਇਹਨਾਂ ਨੂੰ ਤੁਸੀਂ ਸੰਭਾਲਿਓ। ਦੂਸਰੇ 2 ਡਾਰ ਹੋ ਗਏ ਆਂਦੋ ਠੀਕ ਆ, ਪਰ ਇਹਨਾਂ ਦਾ ਖਿਆਲ ਤੁਸੀਂ ਰੱਖਣਾ। ਉਸ ਤੋਂ ਬਾਅਦ ਉਹਨਾਂ ਨੇ ਸਰੀਰ ਤਿਆਗ ਦਿੱਤਾ ਸੀ। ਇਸ ਕਰਕੇ ਇੱਥੇ ਦੱਸਦੇ ਆ ਭਾਈ ਸਾਹਿਬ ਜੀ, ਸੁੰਦਰੀ ਸੁਤ ਸੁੰਦਰ ਸਰਬੰਗਾ, ਸਿਮਰ ਸਿਮਰ ਗੁਣ ਗਣ ਤੇ ਚੰਗਾ। ਸੁੰਦਰੀ ਦਾ ਪੁੱਤਰ ਭਾਵ ਸਾਹਿਬਜ਼ਾਦਾ ਅਜੀਤ ਸਿੰਘ ਉਹਨਾਂ ਨੂੰ ਯਾਦ ਕਰਦੇ ਹਨ। ਔਰ ਰੁਦਤ ਅਧਿਕ ਪਤ ਚਨਨ ਪਾਸੀ, ਸ਼ੋਕ ਸਹਿਤ ਬੋ ਗਿਰਾ ਪ੍ਰਕਾਸ਼ੀ। ਆਪਣੇ ਪਤੀ ਭਾਵ ਗੁਰੂ ਗੋਬਿੰਦ ਸਿੰਘ ਜੀ ਨੂੰ ਬੜੇ ਸ਼ੋਕਮਈ ਬਚਨਾਂ ਵਿੱਚ ਕਹਿਣ ਲੱਗੇ ਜੀ, ਸਕਲ ਸਮਾਜ ਸਦਨ ਕੀ ਸਾਥਾ, ਪੁੱਤਰਨ ਹਤਨ ਕਸ਼ਟ ਹੈ ਨਾਥਾ। ਮਹਾਰਾਜ ਸਾਰੇ ਸਿੰਘ ਹਨ, ਸਾਰਾ ਸਾਜੋ ਸਮਾਨ ਨਾਲ ਹੈ ਤੁਹਾਡੇ,
ਪਰ ਪੁੱਤਰ ਕਿੱਥੇ ਹਨ। ਵਦਨ ਪਰ ਪਲਤ ਅਸ਼ਰ ਬਹਿਬਾਰੀ ਬਹੁ ਬਿਕਾਰਦ ਤੇ ਵਿਆਕੁਲ ਭਾਰੀ। ਇਉਂ ਮਾਤਾ ਜੀ ਯਾਦ ਕਰਕੇ ਪੁੱਤਰਾਂ ਨੂੰ ਵਿਰਾਗ ਕਰਦੇ ਹਨ। ਇਕ ਪੁੱਤਰ ਸੁੰਦਰ ਗੁਣ ਪੂਰਨ ਪਿਓ ਸੋ ਹੱਥ ਕਰ ਸ਼ਤਰਨ ਚੂਰਨ। ਮੇਰਾ ਇੱਕ ਪੁੱਤਰ ਜੋ ਸਾਰੇ ਗੁਣਾਂ ਦੇ ਵਿੱਚ ਭਰਿਆ ਹੋਇਆ ਸੀ ਸਾਹਿਬਜ਼ਾਦਾ ਅਜੀਤ ਸਿੰਘ, ਔਰ ਜਿਹੜਾ ਦੁਸ਼ਮਣ ਨੂੰ ਚੂਰਨ ਕਰਦਾ ਹੋਇਆ ਸ਼ਹੀਦੀ ਪਾ ਗਿਆ। ਕਿਮ ਤੀਰਜ ਪਾਵੇ ਦੁਖਿਆਰੀ ਦੀਨ ਮਨਾ ਬੌਰੁਦਤ ਲਚਾਰੀ। ਮੈਂ ਉਸ ਆਪਣੇ ਇੱਕ ਪੁੱਤਰ ਨੂੰ ਯਾਦ ਕਰਦੀ ਹਾਂ ਤੇ ਮੈਨੂੰ ਧੀਰਜ ਕਿਵੇਂ ਆਵੇ ਜੀ। ਸ੍ਰੀ ਸਾਹਿਬ ਦੇਵੀ ਤਿਸਰੀਤ ਰੁਦਤ ਨਿਕਟ ਦੁਖ ਵਿਆਕੁਲ ਚੀਤ। ਤੋ ਮਾਤਾ ਸਾਹਿਬ ਦੇਵੀ ਜੀ, ਮਾਤਾ ਜੀ ਦਾ ਬੀਬੀਆਂ ਦਾ ਦਿਲ ਕੋਮਲ ਹੁੰਦਾ ਤੇ ਗੱਲ ਵੀ ਬਹੁਤ ਵੱਡੀ ਹੈ। ਕੋਈ ਛੋਟੀ ਜਿਹੀ ਨਹੀਂ, ਆਪਦੇ ਦਿਲ ਤੇ ਲਾ ਕੇ ਦੇਖੋ। ਬੱਚਾ ਬਿਮਾਰ ਹੋਇਆ ਝੱਲਿਆ ਨਹੀਂ ਜਾਂਦਾ ਆਪਾਂ ਤੋਂ, ਪਰ ਉਹ ਤਾਂ ਫਿਰ ਸ਼ਹੀਦੀਆਂ ਪਾ ਗਏ। ਗੁਰੂ ਸਾਹਿਬ ਜੀ ਮਹਾਰਾਜ ਦੇ ਕੌਤਕ ਭਾਵੇਂ ਬੜੇ ਅਨੋਖੇ ਹਨ, ਉਹ ਸਭ ਜਾਣਦੇ ਆ, ਪਰ ਮਾਤਾਵਾਂ ਨੂੰ ਧੀਰਜ ਕੌਣ ਦੇਵੇ। ਤੋ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਕਹਿੰਦੇ ਸਤਿਗੁਰਾਂ ਦੇ ਕੋਲ ਵਿਆਕਲ ਹੁੰਦੇ ਹਨ। ਸ੍ਰੀ ਗੁਰ ਧੀਰਜ ਦੀਨ ਹਟਾਈ ਕਿਉ ਨਾਹਕ ਦੁਖ ਸ਼ੋਕੋ ਪਾਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕਿਉਂ ਐਵੇਂ ਸ਼ੋਕ ਕਰਦੇ ਹੋ ਸੁੰਦਰੀ। ਤੋਹੇ ਪੁੱਤਰ ਵੱਡ ਵੀਰ ਬਹਾਦਰ ਕਿਉ ਸਵਰਗ ਦੇਵਨ ਤੇ ਸਾਦਰ। ਔਰ ਤੇਰਾ ਪੁੱਤਰ ਬਹੁਤ ਵੱਡਾ ਯੋਧਾ ਹੋਇਆ ਹੈ, ਸਤਕਾਰ ਸਹਿਤ ਉਹ ਸੱਚਖੰਡ ਗਿਆ ਆਪਣੇ ਦਾਦੇ ਦੇ ਕੋਲ। ਜਗ ਮੇ ਜਸ ਅਖੰਡ ਕੋ ਪਾਵਾ ਜਨਮ ਲਾਭ ਕੋ ਕਰਮ ਕਮਾਵਾ। ਇਹੋ ਹੀ ਤਾਂ ਮਨੁੱਖਾ ਜਨਮ ਦਾ ਲਾਭ ਹੁੰਦਾ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹੋ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹੋ ਹੀ ਤਾਂ ਸੁੰਦਰੀ ਮਨੁੱਖਾ ਜਨਮ ਦਾ ਲਾਭ ਹੈ ਜਿਹੜਾ ਤੇਰੇ ਪੁੱਤਰ ਨੇ ਖਟਿਆ। ਅਸ ਬੀਰਣ ਕੀ ਜਨਨੀ ਜੋਈ ਸ਼ੋਕ ਕਰਨ ਕੇ ਉਚਿਤ ਨਾ ਸੋਏ। ਐਸੇ ਯੋਧੇ ਪੁੱਤਰਾਂ ਦੀ ਜਿਹੜੀ ਮਾਂ ਹੋਵੇ, ਜਿਹਦੇ ਪੁੱਤਰ ਯੋਧੇ ਹੋਣ, ਜਨਨੀ ਜਣੈ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ। ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਪਰ ਤੇਰੇ ਤਾਂ ਪੁੱਤਰ, ਮੇਰੇ ਚਾਰੇ ਪੁੱਤਰ ਬੜੇ ਯੋਧੇ ਹਨ, ਫਿਰ ਉਸ ਮਾਤਾ ਨੂੰ ਚਿੰਤਾ ਨਹੀਂ ਕਰਨੀ ਚਾਹੀਏ ਜੀ। ਤੋ ਗੁਰ ਕੇ ਕਰ ਸਿਆਣਾ ਠਾਨਤ ਜਗਤ ਵਿਨਾਸ਼ੀ ਕਿਉ ਨ ਜਾਣਤ। ਔਰ ਤੂੰ ਗੁਰੂ ਘਰ ਦੇ ਵਿੱਚ ਵੱਡੀ ਹੈ, ਸਿਆਣੀ ਹੈ। ਇਹ ਗੁਰੂ ਘਰ ਦੇ ਵਿੱਚ ਆ ਕੇ ਵੀ ਤੈਨੂੰ ਇਹ ਨਹੀਂ ਪਤਾ ਕਿ ਸੰਸਾਰ ਜਿਹੜਾ ਹੈ ਖਤਮ ਹੋਣ ਵਾਲਾ ਹੈ। ਨਿਤਿ ਜੋ ਪ੍ਰਾਣ ਕੋ ਪਾਏ ਸੋ ਕਿਮ ਤੇਰੇ ਪਿਖਤ ਬਿਨਸਾਏ। ਇਹ ਸੰਸਾਰ ਜਿਹੜਾ ਹੈ ਇਹ ਨਿਤ ਹੀ ਬਦਲਦਾ ਰਹਿੰਦਾ ਹੈ। ਦੇਖੋ ਆਪਾਂ ਬਦਲੇ ਹਾਂ। ਪਹਿਲਾਂ ਜਨਮ ਹੋਇਆ ਸਾਡਾ, ਛੋਟੇ ਜਿਹੇ ਸੀ, ਕਿੱਡੇ ਸੋਹਣੇ ਲੱਗਦੇ ਸੀ। ਫਿਰ ਬਚਪਨ ਬੀਤਿਆ, ਫਿਰ ਜਵਾਨੀ ਆ ਗਈ, ਫਿਰ ਬੁਢਾਪਾ ਆ ਗਿਆ, ਤੇ ਬੁਢਾਪੇ ਤੋਂ ਅੱਗੇ ਮੌਤ ਹੈ। ਭਾਵ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਦਿਨ ਤੇ ਪਹਿਰ, ਪਹਿਰ ਤੇ ਘਰੀਆਂ ਆਵ ਘਟੈ ਤਨ ਛੀਜੈ। ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਣ ਬਿਦ ਕੀਜੈ। ਪ੍ਰਾਣੀ 100 ਦਿਨ ਆਵਣ ਲਾਗਾ ਮਾਤ ਪਿਤਾ ਭਾਈ ਸੁਤ ਬੰਤਾ। ਕਹੋ ਕਹੂ ਹੈ ਕਾਕਾ ਕੌਣ ਕੀਦਾ ਇੱਥੇ। ਜਬ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨ ਬੁਝੈ। ਲਾਲਚ ਕਰੈ ਜੀਵਨ ਪਦ ਕਾਲ ਲੋਚਨ ਕਛੂ ਨ ਸੂਝੈ। ਇਹਨਾਂ ਅੱਖਾਂ ਨਾਲ ਦੁਨੀਆ ਨੂੰ ਜਾਂਦੀ ਵੇਖ ਵੀ ਰਿਹਾ ਪਰ ਮੰਨਦਾ ਨਹੀਂ। ਅਵਰ ਮਰਤ ਮਾਇਆ ਮਨ ਤੋਲੈ। ਇਹ ਤਾਂ ਮਰ ਗਿਆ, ਹੁਣ ਇਹਦਾ ਘਰ ਸਾਡਾ ਹੋ ਗਿਆ। ਕਹੋ ਸਤਨਾਮ। ਇਹਨੂੰ ਇਹ ਨਹੀਂ ਪਤਾ ਵੀ ਇਸ ਘਰ ਵਿੱਚ ਪਹਿਲਾਂ ਇਹਨਾਂ ਦੇ ਬਜ਼ੁਰਗ ਵੀ ਆਏ ਸੀਗੇ। ਉਦੋਂ ਇਹ ਵੀ ਕਹਿੰਦਾ ਸੀ ਮੈਂ ਤਾਂ ਨਹੀਂ ਮਰਦਾ, ਇਹ ਮਰ ਗਏ। ਹੁਣ ਇਹ ਸਮਾਨ ਸਾਡਾ ਹੋ ਗਿਆ। ਅਵਰ ਮਰਤ ਮਾਇਆ ਮਨ ਤੋਲੈ ਤੋ ਭਗ ਮੁਖ ਜਨਮ ਬਿਗੋਵੈ। ਜਦੋਂ ਮਰਦੇ ਹੋਏ ਨੂੰ ਕਿਸੇ ਨੂੰ ਵੇਖ ਕੇ ਉਹਦੀ ਮਾਇਆ ਦੇ ਉੱਤੇ ਧਿਆਨ ਰੱਖਦਾ ਕਿ ਹੁਣ ਇਹ ਸਮਾਨ ਮੈਂ ਲੈ ਜਾਊਂਗਾ, ਮੇਰਾ ਹੋ ਗਿਆ, ਉਹ ਵੀ ਟੇਡੀਆਂ ਜੂਨਾਂ ਵਿੱਚ ਪੈਂਦਾ। ਕਹੋ ਸਤਨਾਮ। ਭਗ ਮੁਖ ਭਾਵ ਜੂਨਾ, ਜੰਮਣ ਮਰਨ ਦੇ ਚੱਕਰ ਵਿੱਚ ਪੈ ਜਾਂਦਾ। ਪਾਤਸ਼ਾਹ ਕਹਿੰਦੇ ਸੁੰਦਰੀ ਤੂੰ ਤਾਂ ਸਿਆਣੀ ਹੈ, ਘਰ ਵਿੱਚ ਵੱਡੀ ਆ ਸਾਰਿਆਂ ਤੋਂ, ਸਹਿਬਦੇਵਾਂ ਤੋਂ ਵੀ ਵੱਡੀ ਹੈ, ਜੀਤੋ ਜੀ ਤੋਂ ਵੀ ਵੱਡੀ ਹੈ। ਇਸ ਕਰਕੇ ਤੂੰ ਸਿਆਣਪ ਕਰ, ਰੋਣਾ ਬੰਦ ਕਰ। ਇਹ ਸੰਸਾਰ ਤਾਂ ਕਿਸੇ ਦੇ ਹੱਥ ਵਿੱਚ ਫੜਿਆ ਨਹੀਂ ਹੈ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਮੇਲਾ। ਮੇਲੇ ਵਿੱਚ ਕੋਈ ਨਹੀਂ ਖੜਦਾ ਗਾ, ਭੱਜੇ ਹੀ ਫਿਰਦੇ ਆ ਸਾਰੇ। ਉਹੀ ਹਾਲ ਇਹ ਸੰਸਾਰ ਦਾ
ਬਣਿਆ ਹੋਇਆ ਹੈ। ਪ੍ਰਥਮ ਜਨਮ ਬਾਲਕ ਲਗ ਜੋਏ, ਦਿਨ ਦਿਨ ਪ੍ਰਤ ਦੀਰਘ ਤਨ ਹੋਏ। ਆ ਦੇਖੋ ਨਾ, ਪਹਿਲਾ ਬੱਚੇ ਦਾ ਜਨਮ ਹੁੰਦਾ ਹੈ, ਉਹ ਬੱਚਾ ਹੁੰਦਾ ਹੈ, ਹੌਲੀ ਹੌਲੀ ਵੱਡਾ ਹੋਈ ਜਾਂਦਾ ਹੈ। ਤਰਨ ਅਵਸਥਾ ਲਗੋ ਵਿਸਾਲਾ, ਹੋਤ ਪ੍ਰਣਾਮ ਸਰਬਥਾ ਕਾਲਾ। ਔਰ ਫਿਰ ਬਚਪਨ ਦੇ ਵਿੱਚ ਬੜਾ ਸੁੰਦਰ ਲੱਗਦਾ ਸੀਗਾ, ਤੇ ਫਿਰ ਜਵਾਨੀ ਵੀ ਜਾਂਦਾ ਹੈ, ਵੱਡਾ ਹੁੰਦਾ ਜਾਂਦਾ ਹੈ। ਔਰ ਫਿਰ ਜਿਹੜੇ ਬਾਲ ਕਾਲੇ ਹਨ, ਉਹਨਾਂ ਦਾ ਰੰਗ ਬਦਲਣ ਲੱਗ ਜਾਂਦਾ ਹੈ। ਉਹਨੇ ਸੁਪੈਦ ਕੇਸ ਕੋ ਜਾਏ, ਛੀਜੇ ਦੇ ਜੁਵਾ ਬਿਨਸਾਏ। ਇਹ ਜਵਾਨੀ ਵੀ ਚਲੀ ਜਾਂਦੀ ਹੈ, ਛੀਜੇ ਛਿਜਣਾ, ਜਿਵੇਂ ਕੱਪੜਾ ਪੁਰਾਣਾ ਹੋ ਕੇ ਛਿਜਣ ਲੱਗ ਜਾਂਦਾ, ਇਸੇ ਤਰ੍ਹਾਂ ਸਾਡੀ ਦੇਹ ਵੀ ਛਿਜਦੀ ਆ, ਬੁਢਾਪੇ ਵੱਲ ਜਾ ਰਹੀ ਹੈ, ਪੁਰਾਣੀ ਹੋ ਜਾਂਦੀ ਹੈ, ਜਵਾਨੀ ਚਲੀ ਜਾਂਦੀ ਹੈ, ਕਾਲੇ ਕੇਸ ਵੀ ਚਿੱਟੇ ਹੋਣ ਲੱਗ ਜਾਂਦੇ ਆ। ਇਹ ਨਿਸ਼ਾਨੀਆਂ ਹਨ ਮੌਤ ਵੱਲ ਜਾਣ ਦੀਆਂ। ਨਿਸ਼ਾਨੀਆਂ ਤਾਂ ਸਾਨੂੰ ਪਲ ਪਲ 'ਤੇ ਮਿਲਦੀਆਂ ਸਾਡੇ ਜੀਵਨ ਦੇ ਖਾਤਮੇ ਵੱਲ ਜਾਣ ਦੀਆਂ, ਪਰ ਮਨੁੱਖ ਸਮਝਦਾ ਨਹੀਂ ਗਾ। ਇਹ ਤਾਂ ਜਦੋਂ ਜਨਮ ਦਿਨ ਆਉਂਦਾ ਅਗਲਾ ਬੜਾ ਖੁਸ਼ ਹੁੰਦਾ ਹੈ, ਸਾਡਾ ਜਨਮ ਦਿਨ ਹੈ, ਵਧਾਈਆਂ ਬਰਥਡੇ ਤੇਰਾ, ਵਧਾਈਆਂ ਤੈਨੂੰ। ਮੂਰਖ ਨੂੰ ਇਹ ਨਹੀਂ ਪਤਾ ਵੀ ਮੇਰੀ ਜ਼ਿੰਦਗੀ ਦਾ ਇੱਕ ਸਾਲ ਖਤਮ ਹੋ ਗਿਆ, ਵਧਿਆ ਨਹੀਂ ਹੈ। ਵਧਾਈਆਂ ਤਾਂ ਵਾਧੇ ਦੀਆਂ ਦੇਣੀਆਂ ਚਾਹੀਦੀਆਂ, ਤਾਂ ਘਾਟਾ ਪੈ ਗਿਆ। ਕਹੋ ਸਤਿਨਾਮ। ਤੇ ਜਿਹੜੇ ਬੰਦੇ ਨੂੰ ਰੋਜ਼ 24,000 ਦਾ ਘਾਟਾ ਪੈਂਦਾ ਹੋਵੇ, ਤੇ ਉਹ ਭਲਾ ਕਿਵੇਂ ਖੁਸ਼ ਹੋ ਸਕਦਾ? ਜੇ ਕਿਸੇ ਬਾਣੀਏ ਨੂੰ ਰੋਜ਼ ਇੰਨਾ ਘਾਟਾ ਪੈਂਦਾ ਹੋਵੇ, ਤੇ ਉਹ ਤਾਂ ਚਿੰਤਾ ਵਿੱਚ ਹੀ ਮਰ ਜਾਂਦਾ। ਕਹੋ ਸਤਿਨਾਮ। ਇਹ ਬੰਦੇ ਨੂੰ ਚਿੰਤਾ ਹੀ ਨਹੀਂ। ਦਿਨ ਤੇ ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ ਪ੍ਰਾਣੀ, ਸੋ ਦਿਨ ਆਵਣ ਲਾਗਾ। ਉਹ ਦਿਨ ਨੇੜੇ ਆ ਰਿਹਾ ਮੌਤ ਵਾਲਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਸੰਗਤਾਂ ਨੂੰ ਜਿੱਥੇ ਸਮਝਾਉਂਦੇ ਆ, ਉੱਥੇ ਸੰਬੋਧਨ ਮਾਤਾ ਸੁੰਦਰ ਕੌਰ ਜੀ ਨੂੰ ਕਰ ਰਹੇ ਹਨ, ਸੁੰਦਰੀ ਜੀ ਨੂੰ ਕਰ ਰਹੇ ਹਨ ਕਿ ਚਿੰਤਾ ਛੱਡ ਦਿਓ। ਫਿਰ ਕੀ ਹੁੰਦਾ ਹੈ? ਬੁਢਾਪਾ ਆ ਜਾਂਦਾ ਹੈ, ਜਵਾਨੀ ਚਲੀ ਜਾਂਦੇ ਹੈ। ਜੀਰਨ ਬਨੇ ਬਿਨਾਸ਼ੀ ਹੋਏ, ਸਭ ਕੇ ਹਿਰਦੇ ਬਿਦਤ ਦ੍ਰਿਗ ਜੋਏ। ਔਰ ਸਾਰਿਆਂ ਦੇ ਨਾਲ ਇਦਾਂ ਹੁੰਦੀ ਹੈ, ਸਭ ਨੂੰ ਪਤਾ ਵੀ ਹੈ ਤੇ ਅੱਖਾਂ ਨਾਲ ਵੇਖਦੇ ਵੀ ਹੈ। ਬਾਬਾ ਫਰੀਦ ਜੀ ਕਹਿੰਦੇ, ਇੰਨੀ ਲੋਈ ਨਹੀਂ ਵੇਖਦਿਆਂ ਕੇਤੀ ਚੱਲ ਗਈ ਫਰੀਦਾ, ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਸਭ ਨੂੰ ਆਪੋ ਆਪਣੀ ਪਈ ਹੋਈ ਹੈ, ਪਰ ਇਹਨਾਂ ਅੱਖਾਂ ਦੇ ਨਾਲ ਵੇਖਦਿਆਂ ਹੋਇਆਂ ਫਰੀਦਾ ਕਿੱਥੇ ਟੈਂਡੇ ਮਾਪਿਆ ਆਪਣੇ ਆਪ ਨੂੰ ਕਹਿ ਰਹੇ ਨੇ, ਓਏ ਫਰੀਦਾ ਤੂੰ ਇੱਥੇ ਰਹਿਣ ਦੀ ਸਲਾਹ ਕਰਦਾ, ਤੇਰਾ ਮਾਂ ਪਿਓ ਕਿੱਥੇ ਹੈ? ਕਿੱਥੇ ਟੈਂਡੇ ਮਾਪਿਆਂ, ਜਿੰਨੀ ਤੂੰ ਜਨਿਓਏ ਤੈਂ ਪਾਛੇ ਹੋਏ ਲੱਦ ਗਏ, ਤੂੰ ਅਜੇ ਨਾ ਪਤੀਨਾ ਹੋਏ, ਤੈਨੂੰ ਹਜੇ ਭਰੋਸਾ ਨਹੀਂ ਆਇਆ ਵੀ ਮੌਤ ਮੇਰੀ ਵੀ ਆਉਣੀ ਹੈ। ਪਰ ਇਹ ਗੱਲ ਬੜੀ ਵਧੀਆ ਬਾਬਾ ਫਰੀਦ ਜੀ ਦੀ ਕਿ ਇਹਨਾਂ ਅੱਖਾਂ ਦੇ ਨਾਲ ਅਖੀਰ ਤੱਕ ਪਰਮੇਸ਼ਰ ਦੇ ਮਿਲਣ ਦੀ ਇੱਛਾ ਰੱਖਦੇ ਆ। ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ 5 ਕਾਂ ਸਾਡੇ ਸਾਰਿਆਂ ਦੇ ਨਾਲ ਹੈ, ਜਿਹੜੇ ਫਰੀਦ ਦੇ ਕੋਲ ਵੀ ਬੈਠੇ ਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਨੂੰ ਅੰਦਰੋਂ ਅੰਦਰੀ ਖਾ ਰਹੇ ਨੇ। ਤੇ ਅਸਲ ਦੇ ਵਿੱਚ ਉੱਥੇ ਕਿਸੇ ਕਲਾਕਾਰ ਨੇ, ਕਿਸੇ ਪੇਂਟਰ ਨੇ ਫੋਟੋ ਬਣਾਤੀ, ਬਾਬਾ ਬੁੱਢਾ ਫਰੀਦ ਪਿਆ ਹੈ ਤੇ ਕੋਲ ਇੱਕ ਡਾਹਣਾ ਜਿਹਾ ਰੱਖਤਾ ਲੱਕੜ ਦਾ, ਤੇ ਉੱਤੇ 5 ਕਾਂ ਬਿਠਾਤੇ। ਅਸਲ ਵਿੱਚ ਉਹ ਇਸ਼ਾਰੇ ਮਾਤਰ ਹੈ, ਫੋਟੋ ਇਸ਼ਾਰਾ ਕਰਿਆ ਕਰਦੀ ਹੈ। ਸੂਖਮ ਅਭਿਆਸ, ਸੂਖਮ ਇਹਦਾ ਅਰਥ ਇਹੀ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਡੇ ਸਰੀਰ 'ਤੇ ਅਸਰ ਪਾਉਂਦੇ ਹੈ। ਸਭ ਤੋਂ ਪਹਿਲਾਂ ਇਹਨਾਂ ਦਾ ਸਰੀਰ ਸਾਡੀਆਂ ਅੱਖਾਂ 'ਤੇ ਪੈਂਦਾ। ਅੱਖਾਂ ਦੇ ਨਾਲ ਵੇਖਦੇ ਹਾਂ ਤੇ ਸਾਡੇ ਅੰਦਰ ਉਹਦਾ ਕੋਈ ਮਾਇਆ ਹੋਵੇ ਤੇ ਲਾਲਚ ਪੈਦਾ ਹੋ ਜਾਂਦਾ। ਸੁੰਦਰ ਇਸਤਰੀ ਵੇਖੇ ਤੇ ਕਾਮ ਵਾਸ਼ਨਾ ਪੈਦਾ ਹੋ ਜਾਂਦੀ ਹੈ, ਕੋਈ ਦੁਸ਼ਮਣ ਦੇਖੇ ਤੇ ਕ੍ਰੋਧ ਪੈਦਾ ਹੋ ਜਾਂਦਾ। ਔਰ ਗੁਰੂ ਪਿਆਰਿਓ, ਬੱਚਿਆਂ ਨੂੰ ਵੇਖਦਾ ਤੇ ਮੋਹ ਪੈਦਾ ਹੋ ਜਾਂਦਾ। ਜਿੰਨਾ ਚਿਰ ਬੱਚੇ ਦਾ ਜਨਮ ਨਹੀਂ ਨਾ ਹੋਇਆ ਪੇਟ 'ਚ, ਉਹਨਾਂ ਚਿਰ ਬੱਚੇ ਨਾਲ ਕੋਈ ਮੋਹ ਨਹੀਂ, ਭਾਵੇਂ ਕਿ ਮਾਂ ਬੜਾ ਸੰਭਾਲ ਕੇ ਰੱਖਦੀ ਹੈ, ਪਰ ਜਿੰਨਾ ਚਿਰ ਦੇਖਿਆ ਨਹੀਂ ਉਹਨਾਂ ਚਿਰ ਮੋਹ ਨਹੀਂ ਪੈਦਾ ਹੋਇਆ। ਜਦੋਂ ਦੇਖਿਆ ਉਦੋਂ ਹੀ ਮਨ ਦੇ ਵਿੱਚ ਉਸ ਬੱਚੇ ਨਾਲ ਲਗਾਓ ਪੈਦਾ ਹੋ ਗਿਆ। ਤਾਂ ਇਸ ਤਰ੍ਹਾਂ ਇਹਨਾਂ ਅੱਖਾਂ 'ਤੇ ਅਸਰ ਪੈਂਦਾ। ਤੇ ਬਾਬਾ ਫਰੀਦ ਜੀ ਦੀ ਕਿੱਡੀ ਵੱਡੀ ਸਾਇੰਟੀਫਿਕ ਗੱਲ ਹੈ ਕਿ ਅੱਖਾਂ ਬਚ ਜਾਣ ਤੇ ਸਾਰੇ ਹੀ ਬਚ ਜਾਣਗੇ। ਕੀ ਕਹਿੰਦੇ ਬਾਬਾ ਜੀ? ਫਰੀਦਾ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹਿਓ। ਬਸ ਨੈਣਾ ਦੇ ਅਸਰ ਨਾ ਹੋਇਆ ਤੇ ਸਰੀਰ ਵੀ ਬਚ ਜਾਣਾ, ਦਬੁੱਧੀ ਵੀ ਬਚ ਜਾਣੀ ਹੈ। ਸਰੀਰ ਦੇ ਅੰਦਰ ਫਿਰ ਕਿਸੇ ਤਰ੍ਹਾਂ ਦਾ ਪ੍ਰਭਾਵ ਨਹੀਂ ਜਾਂਦਾ। ਇਹ ਦੋਏ ਨੈਣਾ ਮਤ ਛੋਹਿਓ, ਫਿਰ ਦੇਖਣ ਕੀ ਆਸ। ਮੈਂ ਇਹਨਾਂ ਅੱਖਾਂ ਦੇ ਨਾਲ ਹਜੇ ਮਾਲਕ ਨੂੰ ਦੇਖਣਾ ਹੈ। ਤੁਸੀਂ ਸਾਰਾ ਮਾਸ ਖਾ ਲਓ, ਕਾਗਾ ਚੂੰਡ ਨਾ ਪਿੰਜਰਾ,
ਵਸੇ ਤਾਂ ਉੱਡਰ ਜਾਏ, ਜੇ ਤੂੰ ਇਹ ਪਿੰਜਰੇ ਨੂੰ ਨਾ ਠੂੰਗਾ ਮਾਰ ਨਾ ਚੂੰਡ, ਜੇ ਹਜੇ ਬੈਠਾ ਤਾਂ ਭੱਜ ਜਾ। ਕਾਗਾ ਚੂੰਡ ਨਾ ਪਿੰਜਰਾ, ਵਸੈ ਤਾਂ ਉੱਡਰ ਜਾਏ, ਜਿਤ ਪਿੰਜਰੇ ਮੇਰਾ ਸੋ ਵਸੈ, ਮਾਸ ਨਾ ਤਿੱਦੂ ਖਾਏ। ਖੈਰ ਅੱਗੇ ਚੱਲੀਏ। ਮੇਰੇ ਪ੍ਰੀਤਮ ਜੀ ਕਹਿੰਦੇ ਬੁਢਾਪਾ ਆ ਜਾਂਦਾ ਹੈ, ਜੀਰਨ ਬੁਢਾਪੇ ਵਿੱਚ ਆ ਕਰਕੇ ਸਰੀਰ ਵਿਨਾਸ਼ ਵੱਲ ਚਲਿਆ ਜਾਂਦਾ ਹੈ। ਇਹ ਸਾਰੇ ਜਾਣਦੇ ਹਨ, ਅੱਖੀਂ ਦੇਖਦੇ ਵੀ ਹਨ। ਬਾਲਕ ਤਰਨ ਬ੍ਰਿਧ ਕੇ ਕਾਲ, ਅਟਕਤ ਨਹੀਂ ਭਗਤ ਨਿਤ ਕਾਲ। ਔਰ ਇਹ ਵੀ ਨਹੀਂ ਪਤਾ ਕਿ ਬੁੱਢੇ ਹੋ ਕੇ ਮਰੀਏ, ਹੋ ਸਕਦਾ ਬਚਪਨ ਵਿੱਚ ਹੀ ਮੌਤ ਆ ਜਾਵੇ। ਬਹੁਤ ਸਾਰੇ ਬਚਪਨ ਵਿੱਚ ਮਰ ਗਏ, ਬਹੁਤ ਸਾਰੇ ਜਵਾਨੀ ਵਿੱਚ ਵੀ ਮਰ ਗਏ। ਇਹ ਆਸਾਂ ਲੈ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਗਏ, ਘਰ ਦਾ ਸਭ ਸਾਜੋ ਸਮਾਨ ਲਾ ਕਰਕੇ, ਪਰ ਉੱਥੇ ਜਾ ਕੇ ਮੌਤ ਹੋ ਗਈ। ਕੋ ਸਤਨਾਮ ਜਵਾਨੀ ਵਿੱਚ। ਨਰ ਚਾਹਤ ਕਛ ਔਰੇ ਕੀ ਔਰੇ ਭਈ, ਚਿਤਵਤ ਰਿਓ ਠਗੌਰ, ਨਾਨਕ ਫਾਸੀ ਗੱਲ ਭਰੀ। ਤਾਂ ਬੰਦਾ ਸੋਚਦਾ ਹੈ ਕਿ ਮੈਂ ਚੜ੍ਹਦੇ ਵੱਲ ਜਾਵਾਂ, ਪਰ ਪਤਾ ਨਹੀਂ ਰੱਬ ਉਹਨੂੰ ਛਿਪਦੇ ਵੱਲ ਲੈ ਜਾਂਦਾ। ਕੋ ਸਤਨਾਮ। ਇਹ ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਮੇਰੇ ਪ੍ਰੀਤਮ ਜੀ ਕਹਿੰਦੇ ਜੀਤੋ ਜੀ, ਸੁੰਦਰ ਜੀ ਰੋਣਾ ਬੰਦ ਕਰੋ। ਸਾਧ ਸੰਗਤ ਜੀ ਇੱਥੇ ਕੋਈ ਸਦਾ ਨਹੀਂ ਰਹਿੰਦਾ, ਕਾਲ ਸਭ ਤੇ ਆਉਂਦਾ ਹੈ। ਇਸ ਮੈਂ ਪ੍ਰੀਤ ਕਰੇ ਜੋ ਜੀਤੀ, ਬਿਨਸ਼ਨ ਵਿਖੇ ਬਿਰਥਾ ਬਦ ਤੇਤੀ। ਔਰ ਜਿੰਨਾ ਸੰਸਾਰ ਦੇ ਨਾਲ ਬੰਦਾ ਪ੍ਰੀਤੀ ਮੋਹ ਕਰਦਾ, ਓਨਾ ਹੀ ਇਹਦਾ ਵਿਨਾਸ਼ ਦਾ ਸਮਾਂ ਨੇੜੇ ਹੀ ਆਉਂਦਾ। ਕਿਉਂਕਿ ਜਿੰਨੀ ਚਿੰਤਾ ਕਰੀ ਜਾਵਾਂਗੇ, ਚਿੰਤਾ ਸਾਡੀ ਜੀਵਨ ਨੂੰ ਘਟਾਉਂਦੀ ਆ। ਚਿੰਤਾ ਚਿਖਾ ਬਰਾਬਰ ਹੈ। ਬੇਫਿਕਰ ਹੋ ਕੇ ਰਹੀਏ, ਜੈਸਾ ਹੋਣਾ ਉਹ ਹੋ ਹੀ ਜਾਣਾ। ਪਾਤਸ਼ਾਹ ਕਹਿੰਦੇ ਜਿੰਨਾ ਕੋਈ ਇਸ ਮੋਹ ਮਮਤਾ ਵਿੱਚ ਫਸਿਆ ਹੋਇਆ, ਜਿੰਨਾ ਇਹ ਸਰੀਰ ਦੇ ਨਾਲ ਪ੍ਰੀਤੀ ਕਰਦਾ ਹੈ ਜਾਂ ਸੰਸਾਰ ਨਾਲ ਪ੍ਰੀਤੀ ਕਰਦਾ ਹੈ, ਓਨਾ ਹੀ ਇਸ ਦਾ ਵਿਨਾਸ਼ ਨੇੜੇ ਆ ਰਿਹਾ ਹੈ। ਅਸ ਤਨ ਪਾਏ ਸਕਾਰਥ ਲਾਵੈ, ਜਨਮ ਮਰਨ ਮੈਂ ਸੋ ਨਹਿ ਆਵੈ। ਜਿਹੜਾ ਐਸੇ ਸਰੀਰ ਨੂੰ ਪ੍ਰਾਪਤ ਕਰਕੇ ਸਕਾਰਥ, ਅਰਥ ਹੁੰਦਾ ਕੰਮ, ਸਕਾਰਥ ਹੁੰਦਾ ਚੰਗੇ ਕੰਮਾਂ ਵਿੱਚ ਲਾਵੇ, ਉਸ ਦਾ ਜੰਮਣਾ ਮਰਨਾ ਸਫਲ ਹੋ ਜਾਂਦਾ ਹੈ ਤੇ ਪਰਮੇਸ਼ਰ ਵਿੱਚ ਮਿਲ ਕੇ ਉਹਦਾ ਆਉਣਾ ਜਾਣਾ ਵੀ ਖਤਮ ਹੋ ਜਾਂਦਾ ਜੀ। ਜਹਾਂ ਆਨੰਦ ਬਿਲੰਦ ਅਨਾਸ਼ਾ, ਤਹਾਂ ਆਤਮਾ ਜ ਤੇਰੋ ਵਾਸਾ। ਜਿੱਥੇ ਕਦੇ ਵੀ ਨਾਸ਼ ਹੋਣ ਵਾਲਾ ਵੱਡਾ ਆਨੰਦ ਹੈ, ਜਿੱਥੇ ਕਦੇ ਵੀ ਨਾਸ਼ ਨਾ ਹੋਣ ਵਾਲਾ ਆਨੰਦ ਹੈ। ਕਿਉਂਕਿ ਆਨੰਦ ਕਦੇ ਵੀ ਖਤਮ ਨਹੀਂ ਹੁੰਦਾ ਗਾ। ਸਵਾਦ ਖਤਮ ਹੁੰਦੇ ਹੈ, ਸਵਾਦ ਅਤੇ ਆਨੰਦ ਵਿੱਚ ਫਰਕ ਹੈ। ਬਾਬਾ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਸਮਝਾਉਂਦੇ, ਕਹਿੰਦੇ ਜਣਾ ਖਣਾ ਕਹਿੰਦੇ ਆਨੰਦ ਆ ਗਿਆ, ਅੰਬ ਖਾ ਲਿਆ ਆਨੰਦ ਆ ਗਿਆ, ਖੱਖੜੀ ਖਾ ਲਈ ਆਨੰਦ ਆ ਗਿਆ, ਰੋਟੀ ਖਾ ਲਈ ਆਨੰਦ ਆ ਗਿਆ। ਕੋਈ ਆਨੰਦ ਥੋੜਾ ਹੀ ਆ, ਆਨੰਦ ਹੀ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਦੋਂ? ਜਦੋਂ ਆਨੰਦ ਆਇਆ। ਕਰ ਕਿਰਪਾ ਕਿਲਵੇ ਕੱਟੇ, ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪੈ ਗਿਆ। ਜਦੋਂ ਡਾਕਟਰ ਨੇ ਅੱਖਾਂ ਨਵੀਆਂ ਬਣਾਤੀਆਂ, ਦੁਬਾਰਾ ਸੈੱਟ ਕਰਤੀਆਂ, ਦੇਖਣ ਲੱਗ ਗਿਆ ਵਧੀਆ। ਬਈ ਫਲਾਣੇ ਡਾਕਟਰ ਕੋਲੇ ਜਾਓ, ਜਮਾਂ ਨਵੀਆਂ ਬਣਾਤੀਆਂ। ਤੇ ਜਦੋਂ ਜਮਾਂ ਨਵੀਆਂ ਮਿਲੀਆਂ ਸੀ, ਉਹਦਾ ਕਦੇ ਸ਼ੁਕਰੀਆ ਨਹੀਂ ਕੀਤਾ। ਕੋ ਸਤਨਾਮ। ਉਹਦਾ ਕਦੇ ਧੰਨਵਾਦ ਨਹੀਂ ਕੀਤਾ। ਜਿਸ ਨੇ ਜਮਾਂ ਨਵਾਂ ਸਰੀਰ ਦਿੱਤਾ, ਜਮਾਂ ਨਵੀਆਂ ਅੱਖਾਂ ਦਿੱਤੀਆਂ, ਉਹਦਾ ਧੰਨਵਾਦ ਨਹੀਂ ਕੀਤਾ। ਡਾਕਟਰਾਂ ਦਾ ਬੜਾ ਕਰਦਾ, ਬਈ ਜਮਾਂ ਵਧੀਆ ਕਰਤੀਆਂ ਪਹਿਲਾਂ ਨਾਲੋਂ, ਤੁਸੀਂ ਵੀ ਉੱਥੇ ਜਾ ਵੜੋ। ਉਹਦਾ ਸ਼ੁਕਰੀਆ ਕਰਨਾ ਬਣਦਾ ਹੈ। ਮੇਰੇ ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਮਨੁੱਖ ਜਿਹੜਾ ਹੈ, ਇਸ ਤਨ ਨੂੰ ਪ੍ਰਾਪਤ ਕਰਕੇ ਪਰਮੇਸ਼ਰ ਦੇ ਚਰਨਾਂ ਵਿੱਚ ਜੋੜੇ। ਜਹਾਂ ਆਨੰਦ ਬਿਲੰਦ ਅਨਾਸ਼ਾ, ਜਿੱਥੇ ਕਿ ਉਹ ਆਨੰਦ ਪ੍ਰਾਪਤ ਹੋਣਾ ਜਿਹੜਾ ਕਦੇ ਨਾਸ਼ ਨਹੀਂ ਹੁੰਦਾ। ਕਰ ਕਿਰਪਾ ਕਿਲਵੇ ਕੱਟੇ, ਗਿਆਨ ਅੰਜਨ ਸਾਰਿਆ। ਡਾਕਟਰ ਨੇ ਦਵਾਈ ਪਾਈ ਆ, ਗੁਰੂ ਨੇ ਅੱਖਾਂ ਵਿੱਚ ਗਿਆਨ ਪਾਇਆ। ਇੱਥੇ ਦੋ ਤਰ੍ਹਾਂ ਦੀ ਅੱਖ ਹੈ, ਇੱਕ ਤਾਂ ਇਹ ਪੁਤਲੀ ਹੈ ਵੇਖਣ ਵਾਲੀ, ਇੱਕ ਉਹ ਆ ਜਿਹੜਾ ਦੇ ਵਿੱਚ ਦੀ ਵੇਖਣ ਵਾਲਾ ਹੈ। ਗੁਰੂ ਵੇਖਣ ਵਾਲੇ ਨੂੰ ਸੈੱਟ ਕਰਦਾ ਹੈ, ਡਾਕਟਰ ਪੁਤਲੀ ਨੂੰ ਸੈੱਟ ਕਰਦਾ। ਕਹੋ ਸਤਨਾਮ। ਡਾਕਟਰ ਮਾਸ ਦੇ ਪੀਸ ਨੂੰ ਠੀਕ ਕਰ ਸਕਦਾ ਹੈ, ਲੇਕਿਨ ਵਿਚਨ ਵੇਖਣ ਵਾਲਾ ਜਿਹੜਾ ਬਾਹਰੋਂ ਦੁਨੀਆ ਨੂੰ ਕਿਵੇਂ ਵੇਖਦਾ ਹੈ, ਉਹਨੂੰ ਗੁਰੂ ਸੈੱਟ ਕਰਦਾ। ਜੇ ਗੁਰੂ ਨੇ ਸੈੱਟ ਕਰਤਾ, ਫਿਰ ਇਹ ਅੱਖਾਂ ਕਦੇ ਖਰਾਬ ਨਹੀਂ ਹੁੰਦੀਆਂ। ਕਹੋ ਸਤਨਾਮ। ਵੇਖਣ ਵਾਲਾ ਵਿਗੜਿਆ ਹੋਇਆ ਹੈ। ਇਸ ਕਰਕੇ ਸੰਸਾਰ ਦੇ ਵਿੱਚੋਂ ਸਵਾਦਾਂ 'ਚੋਂ ਆਨੰਦ ਭਾਲਦਾ। ਪਾਤਸ਼ਾਹ ਕਹਿੰਦੇ ਨਹੀਂ, ਇਹ ਆਨੰਦ ਨਹੀਂ ਹੈ। ਕਰ ਕਿਰਪਾ ਕਿਲਵੇ ਕੱਟੇ, ਗਿਆਨ ਅੰਜਨ ਸਾਰਿਆ। ਗਿਆਨ ਦਾ ਸੁਰਮਾ ਗੁਰੂ ਨੇ ਪਾਇਆ। ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ, ਹਰੇਕ ਦੇ ਵਿੱਚ ਹਰੀ ਨੂੰ ਵੇਖਣਾ ਕਰ।
ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ। ਤੇ ਕਿਹੜਾ ਗਿਆਨ ਦਾ ਸੁਰਮਾ ਪਾਇਆ? ਅੰਦਰੋਂ ਜਿਨਕਾ ਮੋਹ ਟੁੱਟਾ। ਜਿਹੜਾ ਗਿਆਨ ਦਾ ਸੁਰਮਾ ਗੁਰੂ ਗੋਬਿੰਦ ਸਿੰਘ ਜੀ ਮਾਤਾ ਸੁੰਦਰ ਕੌਰ ਜੀ ਦੇ ਅੱਖਾਂ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਆ। ਕਹੋ ਸਤਿਨਾਮ। ਭਾਵ ਗਿਆਨ ਦੇ ਰਹੇ ਨੇ ਕਿ ਮੋਹ 'ਚੋਂ ਬਾਹਰ ਨਿਕਲੋ, ਇਹ ਸੰਸਾਰ ਆਉਣਾ ਜਾਣਾ ਹੀ ਹੈ। ਤਾਂ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰਿਆ। ਉਹਦੀ ਬੋਲ ਬਾਣੀ ਬਦਲ ਗਈ। ਕਹੇ ਨਾਨਕ ਇਹੋ ਆਨੰਦ ਹੈ, ਇਹ ਹੈ ਆਨੰਦ ਅਸਲੀ। ਆਨੰਦ ਗੁਰੂ ਤੇ ਜਾਣਿਆ ਖੈਰ। ਧਿਆਨ ਉੱਥੇ ਰੱਖੋ ਜਿੱਥੇ ਉਹ ਆਨੰਦ ਮਿਲਦਾ। ਬਿਲੰਦ ਵੱਡਾ ਅਨਾਸ਼ ਕਦੇ ਨਾ ਖਤਮ ਹੋਣ ਵਾਲਾ। ਤਾਹਾਂ ਆਤਮਜ ਤੇਰੇ ਵਾਸਾ। ਸੁੰਦਰ ਕੌਰ ਤੇਰੇ ਪੁੱਤਰਾਂ ਨੇ ਉੱਥੇ ਵਾਸਾ ਕੀਤਾ। ਉਸ ਆਨੰਦ ਵਿੱਚ ਪਹੁੰਚੇ ਹਨ ਜਿਹੜਾ ਆਨੰਦ 65-70 ਸਾਲ ਦੀ ਉਮਰ ਤੋਂ ਬਾਅਦ ਬਾਬੇ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਜੀ ਨੂੰ ਆਇਆ ਸੀ। ਤੇ ਜਦੋਂ ਉਹਨਾਂ ਤੇ ਕਿਰਪਾ ਕੀਤੀ ਗੁਰੂ ਅੰਗਦ ਦੇਵ ਜੀ ਨੇ, ਉਹਨਾਂ ਦੇ ਅੰਦਰ ਬਦਲਾਅ ਦੇਖਿਆ, ਫੀਲਿੰਗ ਹੋਈ। ਤੇ ਫਿਰ ਉਸ ਦਿਨ ਨੂੰ ਪਿਛਲੇ 65 ਸਾਲਾਂ ਨਾਲ ਮਿਲਾ ਕੇ ਦੇਖਿਆ ਤੇ ਫਿਰ ਕਹਿ ਉੱਠੇ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ। ਇਹ ਅੰਦਰਲਾ ਬਦਲਾਅ ਹੈ ਜਿਹੜਾ ਗੁਰੂ ਸਾਹਿਬ ਨੇ ਆਨੰਦ ਸਾਹਿਬ ਵਿੱਚ ਰੱਖਿਆ। ਜੇ ਤੁਸੀਂ ਵੀ ਲੈਣਾ ਹੈ ਤੇ ਗੁਰੂ ਸਾਹਿਬ 40 ਪੌੜੀਆਂ ਵਿੱਚ ਗਿਆਨ ਦੇ ਕੇ ਅਖੀਰ ਤੇ ਕਹਿੰਦੇ ਤੁਸੀਂ ਵੀ ਲੈ ਲਓ। ਆਨੰਦ ਸੁਣੋ ਵਡਭਾਗੀਓ। ਪਰ ਅਸੀਂ ਅਖੀਰ ਤੇ ਵੀ ਕਹਿ ਦਿੰਦੇ ਹਾਂ ਆਨੰਦ ਸੁਣੋ ਵਡਭਾਗੀਓ। ਆਨੰਦ ਮਾਣਿਆ ਜਾਂਦਾ ਹੈ, ਅਨਹਦ ਵਾਜੇ ਸੁਣੇ ਜਾਂਦੇ ਹੈ। ਜਿਵੇਂ ਤੁਸੀਂ ਆ ਕਥਾ ਸੁਣ ਰਹੇ ਹੋ, ਇਹਦਾ ਆਨੰਦ ਮਾਣ ਰਹੇ ਹੋ। ਆਨੰਦ ਮਾਣਿਆ ਜਾਂਦਾ ਹੈ, ਅਨਹਦ ਵਾਜੇ ਹੈ, ਆਵਾਜ਼ ਹੈ, ਉਹ ਸੁਣੀ ਜਾਂਦੀ ਹੈ। ਉਹ ਜਿਹੜੀ ਅੰਦਰੋਂ ਸੁਣਨੀ ਹੈ, ਬਾਬਾ ਜੀ ਕਹਿੰਦੇ ਤੁਸੀਂ ਵੀ ਆਨੰਦ ਮਾਣਨਾ ਹੈ ਤੇ ਉਹਨਾਂ ਦੇ ਅੰਦਰ ਜਾਓ। ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ। ਜੀ ਉਹਦੇ ਨਾਲ ਜੁੜ ਕੇ ਸਾਰੇ ਕਾਰਜ ਰਾਸ ਹੋ ਜਾਣਗੇ। ਪਾਰ ਬ੍ਰਹਮ ਪ੍ਰਪਾਇਆ ਉਤਰੈ ਸਗਲ ਵਸੂਰੇ। ਵਿਛੋੜੇ ਖਤਮ ਹੋ ਜਾਣਗੇ। ਦੁੱਖ ਰੋਗ ਸੰਤਾਪ ਉਤਰੇ। ਦੁੱਖਾਂ ਤੇ ਰੋਗਾਂ ਦਾ, ਪਾਪਾਂ ਦਾ ਖਾਤਮਾ ਹੋ ਜੂ। ਮਰ ਕਦੋਂ? ਜਦੋਂ ਸੁਣੀ ਸੱਚੀ ਬਾਣੀ। ਕਹੇ ਨਾਨਕ ਤਾਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਉਸ ਨੂੰ ਕਹਿੰਦੇ ਹਨ ਆਨੰਦ ਸੁਣੋ। ਉੱਥੇ ਆਪਾਂ ਆਨੰਦ ਸੁਣੋ ਨਹੀਂ ਕਹਿਣਾ, ਇਹ ਗੱਲ ਨੋਟ ਕਰ ਲਓ, ਉੱਥੇ ਟਿੱਪੀ ਨਹੀਂ ਲਾਉਣੀ ਗੀ। ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ। ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ। ਸਰਸੇ ਦੇ ਵੀ ਦੋ ਅਰਥ ਹੈ। ਇੱਕ ਅਰਥ ਹੈ ਸਰੋਵਰ ਵਰਗੇ ਪਵਿੱਤਰ। ਕਬੀਰ ਮਾਨੈ ਨਿਰਮਲ ਭਇਆ ਜੈਸਾ ਗੰਗਾ ਨੀਰ। ਉਹਨਾਂ ਨੇ ਉਹਦਾ ਉਦਾਹਰਨ ਦੇਤੀ। ਪਹਿਲਾ ਅਰਥ ਹੈ ਸਰਸੇ ਸਰੋਵਰ ਵਰਗੇ ਪਵਿੱਤਰ। ਦੂਜਾ ਅਰਥ ਹੈ ਸੱਸਾ ਮੂਰਲਾ ਅੱਡ ਕਰ ਲਓ। ਰਸ ਸਹਿਤ ਨੱਕੋ ਨੱਕ ਭਰ ਗਏ, ਰਸ ਨਲ ਭਰ ਗਏ। ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ। ਜਦੋਂ ਇਹ ਗੱਲ ਪੂਰੇ ਗੁਰੂ ਅੰਗਦ ਦੇਵ ਤੋਂ ਮੈਨੂੰ ਪਤਾ ਲੱਗੀ, ਗੁਰੂ ਅਮਰਦਾਸ ਜੀ ਕਹਿੰਦੇ ਆ, ਸੁਣ ਤੇ ਪੁਨੀਤ ਕੰਨ ਵੀ ਪਵਿੱਤਰ ਹੋ ਗਏ। ਕਹਿਤੇ ਪਵਿੱਤਰ ਜੇਬਾ ਵੀ ਵਧੀਆ ਬੋਲਣ ਲੱਗ ਪਈ। ਇਹ ਰਸਨਾ ਧੂਆਂ ਰਸ ਰਾਚਲੀ ਉਹਨੂੰ ਸਵਾਦਾਂ ਚੋਂ ਮੁੜੇ ਆਈ। 36 ਪ੍ਰਕਾਰ ਦੇ ਭੋਜਨ ਬਣਦੇ ਆ ਗੋਇੰਦਵਾਲ ਸਾਹਿਬ। ਰਾਜਾ ਅਕਬਰ ਮਿਲਣ ਵਾਸਤੇ ਆਏ। ਭੋਜਨ ਛਕਦਾ 36 ਪ੍ਰਕਾਰ ਦੇ ਭੋਜਨ, ਉਹ ਵੀ ਲਾਈਨ ਵਿੱਚ ਬਹਿ ਗਏ ਆ। ਗੁਰੂ ਪਾਤਸ਼ਾਹ ਜੀ ਵੀ ਚੌਂਕੀ ਤੇ ਬੈਠੇ ਲਾਈਨ ਵੀ ਛਕ ਰਹੇ ਨੇ। ਇਹਦੇ ਮਨ ਵਿੱਚ ਫੁਰਨਾ ਬਣਿਆ ਵੀ ਯਾਰ ਸੰਗਤ ਦਾ ਭੋਜਨ ਇੰਨਾ ਵਧੀਆ ਤੇ ਗੁਰੂ ਸਾਹਿਬ ਦਾ ਕਿੰਨਾ ਵਧੀਆ ਹੋਵੇਗਾ। ਕਹੋ ਸਤਿਨਾਮ। ਕਿਉਂ ਰਾਜਿਆਂ ਦਾ ਆਪਣਾ ਖਿਆਲ ਹੈ ਨਾ ਵੀ ਜਨਤਾ ਦੇ ਭੋਜਨ ਤੋਂ ਰਾਜੇ ਦਾ ਭੋਜਨ ਬੜਾ ਵਧੀਆ ਹੁੰਦਾ। ਉਹਨੇ ਸੋਚਿਆ ਵੀ ਗੁਰੂ ਸਾਹਿਬ ਦਾ ਭੋਜਨ ਕਿੰਨਾ ਕੁ ਚੰਗਾ ਹੋਵੇਗਾ। ਤੇ ਪ੍ਰੀਤਮ ਨੇ ਬੁੱਝ ਲਈ ਗੱਲ ਇਹਦੀ। ਲਾਂਗਰੀ ਨੂੰ ਕਹਿਣ ਲੱਗੇ, ਬੱਲੋ ਆ ਮਹਾਰਾਜ ਆ ਸਾਡੇ ਵਾਲੇ ਭੋਜਨ, ਥੋੜਾ ਭੋਜਨ ਰਾਜੇ ਅਕਬਰ ਨੂੰ ਦੇ। ਖੁਸ਼ ਹੋ ਗਿਆ, ਤਾਂ ਨਜ਼ਾਰਾ ਹੀ ਆ ਗਿਆ। ਬਿਨਾਂ ਕਹੇ ਤੋਂ ਮੰਗ ਦਿੱਤਾ। ਥਾਲੀ 'ਚ ਪਾ ਕੇ ਲਿਆ ਕੇ ਮੂਹਰੇ ਰੱਖਤਾ। ਜਾਂ ਨਿਗਾਹ ਮਾਰੀ ਤੇ ਦਲੀਆ। ਕਹਿੰਦੇ ਯਾਰ ਹੈ ਸਾਨੂੰ ਖੀਰ ਕੜਾਹ 36 ਪ੍ਰਕਾਰ ਦੇ ਭੋਜਨ, ਇਹ ਦਲੀਆ ਹੀ ਖਾਂਦੇ ਆ। ਇਹ ਵੀ ਪਤਾ ਨਹੀਂ ਮਿੱਠਾ ਕਿ ਨੂਣ ਵਾਲਾ। ਪਹਿਲੀ ਬੁਰਕੀ ਲਾਈ ਉਹਨਾਂ ਨੇ ਤਾਂ ਉਸ ਨੂੰ ਮਿੱਠੇ ਦਾ ਸਵਾਦ ਆਇਆ। ਦੂਜੀ ਵਾਰ ਬੁਰਕੀ ਲਾਈ ਤੇ ਸਲੂਣੇ ਦਾ ਸਵਾਦ ਆਇਆ। ਭਾਵ ਜਿੰਨੇ ਸਵਾਦ 36 ਪ੍ਰਕਾਰ ਦੇ ਆ ਸਾਰੇ ਉਹਨੂੰ ਦਲੀਏ 'ਚੋਂ ਆ ਗਏ। ਪਰ ਦਲੀਆ ਬਿਲਕੁਲ ਹੀ ਨੂਣ ਤੋਂ ਵੀ ਬਗੈਰ ਸੀਗਾ। ਬਿਨਾਂ ਨੂਣ ਤੋਂ ਦਲੀਆ ਖਾਂਦੇ ਸੀ ਸਤਿਗੁਰੂ ਪਾਤਸ਼ਾਹ ਜੀ, ਬਿਨਾਂ ਨੂਣ ਤੋਂ। ਪਰ ਹੈਰਾਨ ਹੋ ਗਿਆ, ਸਾਰੇ ਸਵਾਦ ਉਹਨੂੰ ਦਲੀਏ 'ਚੋਂ ਦੇ ਦਿੱਤੇ। ਭਾਵ ਜੀਭ ਵੀ ਸੈੱਟ ਹੋ ਗਈ। ਸੁਣਤੇ ਪੁਨੀਤ ਕਹਿਤੇ ਪਵਿੱਤਰ।
ਇਹ ਆਪਣੇ ਤੇ ਵੀ ਗੱਲ ਹੈ, ਜਿਹੜਾ ਬਾਣੀ ਗਾਉਂਦਾ ਉਹ ਵੀ ਠੀਕ ਹੋ ਗਿਆ, ਸੁਣਨ ਵਾਲੇ ਵੀ ਠੀਕ ਹੋ ਗਏ, ਪਰ ਸਾਡੇ ਇਹ ਪਹਿਲਾਂ ਜਿਹੜੇ ਇੰਦਰੀ ਹੈ ਨਾ ਖਰਾਬ ਹੋਏ, ਇਹ ਸੈੱਟ ਹੋਏ। ਕਹੋ ਸਤਨਾਮ। ਸੁਣਤੇ ਪਨੀਤ ਕਹਤੇ ਪਵਿੱਤਰ, ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ। ਇਹ ਤੀਸਰੇ ਨਾਨਕ ਗੁਰੂ ਅਮਰਦਾਸ ਜੀ ਬੇਨਤੀ ਕਰਦੇ ਆ। ਬਿਨਵੰਤ ਹੁੰਦਾ ਬੇਨਤੀ ਸਹਿਤ, ਜਿਹੜੇ ਗੁਰੂ ਚਰਨਾਂ ਨਾਲ ਜੁੜ ਗਏ, ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ, ਉਹਨਾਂ ਵਿੱਚ ਵੀ ਅਨਹਦ ਵਾਜੇ ਵੱਜਣਗੇ। ਉਹ ਵੀ ਕਹਿਣਗੇ ਯਾਰ ਆਨੰਦ ਆ ਗਿਆ। 65 ਸਾਲ ਐਵੇਂ ਗੰਗਾ ਦੀ ਯਾਤਰਾ ਕਰਦੇ ਰਹੇ, ਆ ਜਿੱਦੇ ਗੁਰੂ ਕੋਲੇ ਪਹੁੰਚੇ ਉਹਦੇ ਕਿਰਪਾ ਬਣ ਗਈ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਸੁੰਦਰ ਕੌਰ ਤੇਰੇ ਪੁੱਤਰ ਉਸ ਆਨੰਦ ਦੇ ਘਰ ਵਿੱਚ ਪਹੁੰਚ ਗਏ ਹਨ ਜਿਸ ਨੂੰ ਜੋਗੀ ਲੱਭਦੇ ਫਿਰਦੇ ਹਨ। ਚੇਤਨਾ ਸ਼ੋਕ ਕਰਨ ਤਿਸ ਹੇਤ, ਗਿਆਨ ਗਤੀ ਚਿਤ ਮੈਲਿਓ ਚੇਤ। ਇਸ ਕਰਕੇ ਇਸ ਗਿਆਨ ਦੇ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕਰੋ ਔਰ ਇਹ ਜਿਹੜਾ ਹੈ ਹੇਤ ਮੋਹ ਕੱਢ ਦਿਓ। ਇਤਿ ਆਦਿਕ ਕੈ ਰੁਦਤ ਹਟਾਏ, ਤੋ ਨਾ ਪੁੱਤਰ ਪ੍ਰੀਤ ਮਨ ਜਾਏ। ਤੋ ਇਉਂ ਸਤਿਗੁਰਾਂ ਨੇ ਸਮਝਾ ਬੁਝਾ ਕਰਕੇ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਹੋਰਾਂ ਨੂੰ ਗੁਰੂ ਪਿਆਰਿਓ ਬਰਾ ਕਰਨ ਤੋਂ ਰੋਕਿਆ। ਇਤਨੇ ਮੈਂ ਡੱਲਾ ਚਲੇ ਆਇਓ, ਹੱਥ ਜੋੜ ਕਰ ਬਾਟ ਅਲਾਇਓ। ਇਤਨੇ ਭਾਈ ਡੱਲਾ ਆ ਗਿਆ ਸੰਗਤ ਦੇ ਵਿੱਚ ਆ ਕੇ, ਇਸ ਨੇ ਕੋਈ ਬੇਨਤੀ ਕੀਤੀ ਆ, ਆਪਾਂ ਕੱਲ ਨੂੰ ਸਰਵਣ ਕਰਾਂਗੇ ਕੀ ਬੇਨਤੀ ਕਰਦਾ, ਸਤਿਗੁਰੂ ਕੀ ਜਵਾਬ ਦਿੰਦੇ ਆ। ਵਿਚਾਰਾਂ ਕਰਦੇ ਆ, ਅਨੇਕਾਂ ਅੱਖਰ ਵੱਧ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश, हे पूरन हे सर्व में पंजन गुणतास। हे संगी हे निरंकार, हे निर्गुण सब टेक, हे गोबिंद हे गुण निधान, जाके सदा विवेक। हे अपरंपर हर हरे, हो बनहार। हे संत कै सदा संग, आधार। हे ठाकुर हों दासरो, निर्गुण गुण नहीं कोई, नानक दीजै नाम दान, आए प्रभ शरणागति, कृपा निध दयाल। एक अखर हर मन बसत, होत निहाल। एक ओंकारा सतगुरु, प्रसाद सच हुए। वाहिगुरु जी की फतेह है, विनाशन सोए। वाहिगुरु जी की फतेह है, विनाशन सोए। वाहिगुरु जी का खालसा, वाहिगुरु जी की फतेह। बहुत बहुत धन्यवाद।